ਵਾਹਿਗੁਰੂ ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਸ਼੍ਰੀ ਹਰਿ ਗੋਬਿੰਦ ਸੁਮਤ ਪਰ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਾਹਿਗੁਰੂ ਜੀ ਕੀ ਫਤਿਹ ਹੈ। ਦੋਹਰਾ ਸ਼੍ਰੀ ਕਲਗੀਧਰ ਵਿਸਤਰੇ ਤਨ ਕਰਿਓ ਕਠੋਰਾ ਖਰ ਖਪਰੇ ਤਰ ਤਰ ਪੰਚ ਮਾਰੇ ਅਰ ਔਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹਾਂ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਸਰਵਣ ਕਰ ਰਹੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਪਹਾੜੀਆਂ ਨੇ ਤੁਰਕਾਂ ਨੇ ਮਿਲ ਕੇ ਘੇਰਾ ਪਾਇਆ। ਪਹਿਲੇ ਦਿਨ ਜੰਗ ਹੋਈ, ਸਤਿਗੁਰ ਨੇ ਕਲਾ ਵਰਤਾਈ ਕਿ ਸ਼ਹੀਦੀ ਫੌਜਾਂ ਨੇ ਹੀ ਵਜੀਦੇ ਅਤੇ ਜ਼ਬਰਦਸਤ ਖਾਨ ਦੀਆਂ ਫੌਜਾਂ ਦਾ ਬਹੁਤ ਘਾਣ ਕਰ ਦਿੱਤਾ। ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੀ ਫੌਜ ਮਾਰੀ ਗਈ, ਪਰ ਗੁਰੂ ਕੀਆਂ ਫੌਜਾਂ ਦਾ ਕੋਈ ਨੁਕਸਾਨ ਖਾਸ ਉਹ ਨਾ ਕਰ ਸਕੇ। ਬੜਾ ਪਛਤਾਪ ਹੁੰਦਾ ਵੀ ਇਹ ਕੌਣ ਮਾਰ ਗਿਆ, ਇੰਨੀ ਫੌਜ ਕਿਵੇਂ ਮਾਰੀ ਗਈ ਸਾਡੀ, ਇਹ ਤਾਂ ਬਹੁਤ ਥੋੜ੍ਹੇ ਸਿੰਘ ਹਨ ਇਹਨਾਂ ਦੇ। ਤੋ ਰਾਤ ਨੂੰ ਸੁੱਤੇ, ਦੂਜੇ ਦਿਨ ਫੇਰ ਜੰਗ ਚੱਲਿਆ। ਦੋਨੇ ਪਾਸੇ ਨਗਾਰਿਆਂ 'ਤੇ ਚੋਟਾਂ ਲੱਗੀਆਂ। ਤਾਂ ਗੁਰੂ ਪਿਆਰਿਓ, ਅੱਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਚਲੋ ਮੈਦਾਨ ਦੇ ਵਿੱਚ ਚੱਲਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਵੀ ਬਾਹਰ ਨਿਕਲੇ। ਉਹਨਾਂ ਨੇ ਦੂਰਬੀਨ ਦੇ ਨਾਲ ਪਛਾਣਨਾ ਕੀਤਾ। ਭੀਮ ਚੰਦ ਕਹਿਣ ਲੱਗਿਆ ਅੱਜ ਗੁਰੂ ਗੋਬਿੰਦ ਸਿੰਘ ਆਪ ਸਿੰਘਾਂ ਦੇ ਨਾਲ ਆ ਰਿਹਾ ਹੈ, ਕਿਉਂ ਨਾ ਆਪਾਂ ਤੋਪ ਦੇ ਨਾਲ ਹੀ ਮਾਰ ਦਈਏ ਦੂਰੋਂ। ਜਦ ਉਹਨਾਂ ਨੇ ਤੋਪ ਚਲਾਈ ਤਾਂ ਐਸੀ ਕਲਾ ਵਰਤੀ ਕਿ ਜਿਹੜੀਆਂ ਤੋਪਾਂ ਨੂੰ ਉਹਨਾਂ ਨੇ ਛੱਡਿਆ ਉਹਨਾਂ ਦੇ ਮੂੰਹ ਤਾਂ ਚੱਕੇ ਗਏ। ਪਹਿਲੀ ਵਾਰ ਗੋਲੇ ਆਕਾਸ਼ਾਂ ਨੂੰ ਚੜ੍ਹ ਗਏ, ਗੁਰੂ ਸਾਹਿਬ ਦੇ ਵੱਲ ਕੋਈ ਗੋਲਾ ਨਾ ਆਇਆ। ਮਜੀਦਾ ਤੇ ਜ਼ਬਰਦਸਤ ਖਾਨ ਲੜਦੇ ਆ ਤੋਪਚੀਆਂ ਨੂੰ, ਮੈਂ ਤੁਹਾਨੂੰ ਤੋਪ ਚਲਾਉਣੀ ਨਹੀਂ ਆਉਂਦੀ, ਤੁਸੀਂ ਇਹਦੇ ਮੂੰਹ ਕਿੱਧਰ ਕੀਤੇ ਆ। ਉਹ ਕਹਿੰਦੀ ਅਸੀਂ ਸਿੱਧੇ ਕੀਤੇ ਸੀ, ਪਤਾ ਨਹੀਂ ਤਾਂ ਕਿਵੇਂ ਹੋ ਗਏ। ਚਲੋ ਦੁਬਾਰੇ ਸੈੱਟ ਕਰਕੇ ਚਲਾਓ। ਦੁਬਾਰੇ ਫਿਰ ਸਿੱਧੀਆਂ ਕਰਕੇ ਚਲਾਈਆਂ ਉਹਨਾਂ ਨੇ। ਬੜੇ ਹੀ ਸਾਵਧਾਨ ਹੋ ਕੇ ਦੁਬਾਰਾ ਗੋਲੇ ਪਾਏ, ਬਰੂਦ ਭਰਿਆ, ਅੱਗ ਦਿੱਤੀ। ਪਰ ਜਦੋਂ ਤੋਪਾਂ ਚੱਲੀਆਂ ਤੇ ਹੁਣ ਉਹਨਾਂ ਦੇ ਮੂੰਹ ਨੀਵੇਂ ਹੋ ਗਏ ਤੇ ਉਹਨਾਂ ਦੇ ਗੋਲੇ ਧਰਤੀ ਵਿੱਚ ਹੀ ਖੁੱਭ ਗਏ। ਹੈਰਾਨ ਹੋ ਗਏ ਵੀ ਇਹ ਤਾਂ ਗੁਰੂ ਸਾਹਿਬ ਕੋਈ ਕਰਾਮਾਤ ਕਰਦੇ ਹੈ।
ਸਾਡੀਆਂ ਤੋਪਾਂ ਹੀ ਵਿਗੜ ਜਾਂਦੀਆਂ, ਅਸੀਂ ਕਿਵੇਂ ਜਿੱਤ ਸਕਦੇ ਹਾਂ। ਉਸ ਤੋਂ ਬਾਅਦ ਗੁਰੂ ਪਿਆਰੋ ਇਹਨਾਂ ਨੇ ਫਿਰ ਬੰਦੂਕਾਂ ਚਲਾਉਣੀਆਂ ਸ਼ੁਰੂ ਕੀਤੀਆਂ। ਹੌਲੀ ਹੌਲੀ ਗੁਰੂ ਕੀਆਂ ਫੌਜਾਂ ਗੁਰੂ ਸਾਹਿਬ ਦੇ ਨਾਲ ਚਲਦੀਆਂ ਹੋਈਆਂ ਉਹਨਾਂ ਦੇ ਨੇੜੇ ਪਹੁੰਚ ਗਈਆਂ ਅਤੇ ਹੁਣ ਦੋਨੇ ਪਾਸਿਆਂ ਤੋਂ ਫਿਰ ਤੀਰਾਂ ਅਤੇ ਬੰਦੂਕਾਂ ਦੀ ਬਾਰਿਸ਼ ਹੋਣ ਲੱਗੀ। ਇੱਧਰੋਂ ਕਲਗੀਧਰ ਪਾਤਸ਼ਾਹ ਤੀਰਾਂ ਦੀ ਬਾਰਿਸ਼ ਕਰਨ ਲੱਗੇ ਔਰ ਦੁਸ਼ਮਣ ਜਿਹੜਾ ਹੈ ਦਾੜ ਕਰਕੇ ਘੋੜਿਆਂ ਤੋਂ ਡਿੱਗਣ ਲੱਗਿਆ, ਮਰਨ ਲੱਗੇ। ਅਗਲੀ ਜੰਗ ਆਪਾਂ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸ੍ਰੀ ਕਲਗੀਧਰ ਰਿਸ ਤਰੇ ਤਨ ਕਰਿਓ ਕਠੋਰਾ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਬੜੇ ਰੋਸ ਤੇ ਜੋਸ਼ ਦੇ ਨਾਲ ਸਤਿਗੁਰਾਂ ਨੇ ਹੱਥ ਵਿੱਚੋਂ ਤਕੜੀ ਜਿਹੀ ਜਿਹੜੀ ਕਮਾਨ ਹੈ ਉਹ ਫੜੀ ਹੈ, ਧਨੁੱਖ ਫੜਿਆ ਹੈ ਅਤੇ ਆਪਣੇ ਮੋਢੇ 'ਤੇ ਪਾਏ ਤੀਰਾਂ ਦੇ ਪੱਥੇ 'ਚੋਂ ਖਪਰਾ ਤੀਰ ਲਾ ਕੇ ਚਲਾਉਣ ਲੱਗੇ ਜੀ। ਹਰ ਖਪਰੇ ਤਰ ਪੰਜ ਮਾਰੇ ਅਰ ਔਰਾ। ਖਪਰੇ ਤਿੱਖੇ ਤੀਰ ਕੱਢ ਕੇ ਪੰਚ ਫੇਰ ਇੱਥੇ ਧਨੁੱਖ ਨੂੰ ਕਹਿੰਦੇ ਆ। ਧਨੁੱਖ ਦੀ ਤੰਦੀ 'ਤੇ ਰੱਖ ਕੇ ਤੀਰਾਂ ਨੂੰ ਛੱਡਣ ਲੱਗੇ ਤੇ ਦੁਸ਼ਮਣ ਮਾਰੇ ਜਾ ਰਹੇ ਹਨ। ਤਨ ਕੀਨੇ ਭੱਟ ਤੁਰਕ 10 ਇੱਕ ਵਾਰ। ਔਰ ਸਤਿਗੁਰਾਂ ਦਾ ਇੱਕ ਤੀਰ ਜਿਹੜਾ ਹੈ 10 ਦੁਸ਼ਮਣਾਂ ਵਿੱਚ ਦੀ ਲੰਘ ਜਾਂਦਾ, ਕਿਉਂਕਿ ਤੀਰ ਬੜੇ ਜੋਸ਼ ਨਾਲ ਛੱਡਿਆ ਜਾਂਦਾ ਹੈ। ਬਾਹੂਬਲ ਬਹੁਤ ਜ਼ਿਆਦੇ ਆ, ਫਿਰ ਅੰਦਰੂਨੀ ਤਾਕਤ ਵੀ ਹੈ, ਅਧਿਆਤਮਕ ਸ਼ਕਤੀ ਵੀ ਹੈ। ਸਤਿਗੁਰਾਂ ਦੇ ਹੱਥੋਂ ਨਿਕਲਿਆ ਹੋਇਆ ਤੀਰ ਹੈ ਜਿਹੜਾ ਉਹ ਇੱਕ ਜਾਂ ਦੋ ਫੌਜੀਆਂ ਦੇ ਵੱਜ ਕੇ ਨਹੀਂ ਖੜਦਾ। 10 ਮਨੁੱਖ ਜਿਹੜੇ ਸਾਹਮਣੇ ਆ ਜਾਂਦੇ ਤੀਰ ਦੇ, ਉਹਨਾਂ ਦੇ ਵਿੱਚੋਂ ਲੰਘ ਜਾਂਦਾ। ਤਨ ਕੀਨੇ ਭੱਟ ਤੁਰਕ 10 ਇੱਕ ਵਾਰ। ਇਹੋ ਇੱਕ ਤੀਰ ਨਾਲ 10 ਮਰਨ ਲੱਗੇ ਜੀ। ਆਗੇ ਪਾਛੇ ਗਿਰਤ ਹੈ ਨਰ ਇੱਕ ਸਾਰਾ। ਇਹੋ ਦਾੜ ਕਰਕੇ ਅਗਲੇ ਤੇ ਫਿਰ ਉਹਨਾਂ ਦੇ ਪਿਛਲੇ ਧਰਤੀ ਤੇ ਡਿੱਗਣ ਲੱਗੇ। ਕੋਟੀ ਧੂਲ ਅਸ ਖੁਰਣ ਤੇ ਛਾਤਿਓ ਅਸਮਾਨਾ। ਔਰ ਗੁਰੂ ਪਿਆਰਿਓ ਇਹ ਤੀਰ ਸਤਿਗੁਰਾਂ ਦਾ ਜੇ ਘੋੜੇ ਦੇ ਵੱਜ ਗਿਆ ਤੇ ਘੋੜਾ ਵੀ ਨਹੀਂ ਬਚਦਾ। ਇਉਂ ਦਾੜ ਕਰਕੇ ਫੌਜੀ ਵੀ ਮਾਰੇ ਜਾਣ ਲੱਗੇ, ਘੋੜੇ ਦੇ ਵੱਜਦਾ ਘੋੜੇ ਵੀ ਮਰ ਜਾਂਦੇ। ਔਰ ਧੂੜ ਉੱਡੀ ਆ ਘੋੜਿਆਂ ਦੇ ਮਨੁੱਖਾਂ ਦੇ ਪੈਰਾਂ ਨਾਲ। ਔਰ ਦਿਨੇ ਹੀ ਆਕਾਸ਼ਾਂ ਵਿੱਚ ਹਨੇਰਾ ਛਾ ਗਿਆ। ਪਿਓ ਤੁਮ ਪੁਨ ਦੂਸਰੇ ਅੰਧੇਰ ਮਹਾਨਾ। ਇਉਂ ਕੁਝ ਬਰੂਦ ਦਾ ਧੂਆਂ ਤੇ ਕੁਝ ਪੈਰਾਂ ਦੇ ਨਾਲ ਉੱਡੇ ਹੋਏ ਧੂੜ, ਇਹਦੇ ਨਾਲ ਗੁਰੂ ਪਿਆਰਿਓ ਐਸਾ ਹਨੇਰਾ ਹੋਇਆ ਜਿਵੇਂ ਸੂਰਜ ਨਹੀਂ ਹੁੰਦਾ। ਹੋਰਨ ਪਰ ਕੋਰੇ ਗਿਰੇ ਤਜ ਕਰ ਪ੍ਰਾਨਾ। ਇਉਂ ਮਨੁੱਖਾਂ ਅਤੇ ਘੋੜਿਆਂ ਦਾ ਖਾਤਮਾ ਹੋਣ ਲੱਗਿਆ। ਬੇਅੰਤ ਘੋੜੇ ਵੀ ਮਰ ਕੇ ਮੈਦਾਨ ਵਿੱਚ ਡਿੱਗ ਰਹੇ ਹਨ ਅਤੇ ਮਨੁੱਖ ਵੀ। ਅੱਗੇ ਪਾਛੇ ਸਮਝਦੇ ਹੋਏ ਅਗਿਆਨਾ। ਔਰ ਘੋੜਿਆਂ ਤੋਂ ਡਿੱਗ ਪਏ, ਅੱਗੇ ਪਿੱਛੇ ਦੀ ਕਿਸੇ ਨੂੰ ਖਬਰ ਨਹੀਂ। ਭਾਵ ਕਿਸੇ ਫੌਜੀ ਨੂੰ ਸਮਝ ਨਹੀਂ ਆਉਂਦੀ ਦੁਸ਼ਮਣ ਨੂੰ ਬਈ ਬਚੀਏ ਤੇ ਬਚੀਏ ਕਿਵੇਂ। ਭਾਵ ਐਸਾ ਉਹਨਾਂ ਨੂੰ ਅਗਿਆਨਤਾ ਛਾ ਗਈ ਹੈ ਕਿ ਸਤਿਗੁਰਾਂ ਦੇ ਤੀਰਾਂ ਤੋਂ ਬਚਣਾ ਮੁਸ਼ਕਲ ਹੋ ਗਿਆ ਹੈ। ਆਤਨ ਧਰੇ ਤੁਫੰਗ ਕੋ ਗਿਰਖੀ ਤਮ ਜਾਰੀ। ਔਰ ਉਹਨਾਂ ਦੇ ਹੱਥਾਂ ਵਿੱਚ ਫੜੀਆਂ ਹੋਈਆਂ ਬੰਦੂਕਾਂ ਹੱਥਾਂ 'ਚ ਹੀ ਫੜੀਆਂ ਰਹਿ ਗਈਆਂ। ਜਾਂ ਡਿੱਗਦੇ ਆ, ਪਹਿਲਾਂ ਸ਼ਸਤਰ ਡਿੱਗ ਪੈਂਦੇ ਆ, ਬੰਦੂਕਾਂ ਡਿੱਗ ਜਾਂਦੀਆਂ ਤੇ ਫਿਰ ਆਪ ਡਿੱਗ ਜਾਂਦੇ ਜੀ। ਔਰ ਕਈ ਫੌਜੀ ਜਿਹੜੇ ਆ ਦੁਸ਼ਮਣ ਦੇ ਆਪਣੇ ਘੋੜਿਆਂ ਨੂੰ ਭਜਾ ਕੇ ਅੱਗੇ ਆਉਂਦੇ ਆ। ਮੁਗਲ ਪਠਾਨ ਗਾਨਾ ਉਮਡੰਤ ਰਹੇਲੇ। ਸਾਜਦ ਮੁਗਲ ਪਠਾਨ ਰੋਹੇਲੇ ਆਦਿ। ਤੀਰਨ ਤੋਮਰ ਤਬਰ ਕੋ ਤਲਵਾਰ ਨਵੇਲੇ। ਹੱਥਾਂ ਦੇ ਵਿੱਚ ਤੀਰ ਬਰਸ਼ੇ ਤਲਵਾਰਾਂ ਢਾਲਾਂ ਆਦਿ ਲੈ ਕਰਕੇ
ਉੱਡਦੇ ਹੋਏ ਅੱਗੇ ਆ ਰਹੇ ਹਨ। ਹੈ ਭਜਾਏ ਕਰ ਅਗਰ ਹੈਬ ਤਜ ਹਤੇ ਤੁਫੰਗੈ। ਘੋੜੇ ਭਜਾ ਕੇ ਅੱਗੇ ਪਹੁੰਚਦੇ ਐ, ਬੰਦੂਕਾਂ ਚਲਾਉਂਦੇ ਐ, ਕਾਨੋ ਕਮਾਂਡ ਪ੍ਰਚੰਡ ਪਾਹਾ ਭਟ ਪੀਰਨ ਭੰਗੈ। ਔਰ ਬੜਾ ਹੰਕਾਰ ਹੈ ਦੁਸ਼ਮਣ ਨੂੰ ਕਿ ਅਸੀਂ ਅੱਜ ਗੁਰੂ ਗੋਬਿੰਦ ਸਿੰਘ ਨੂੰ ਫੜ ਲੈਣਾ। ਇਸ ਤਰ੍ਹਾਂ ਬੜੇ ਹੰਕਾਰ ਦੇ ਨਾਲ ਇਹ ਘੋੜੇ ਭਜਾ ਭਜਾ ਕੇ ਇਹਨਾਂ ਦੇ ਸਿਪਾਹੀ ਅੱਗੇ ਵਧਦੇ ਐ। ਮਾਰ ਮਾਰ ਲਲਕਾਰ ਕਰ ਮਿਲ ਆਪਸ ਮਾਹੀ। ਉਹ ਲਲਕਾਰੇ ਮਾਰਦੇ ਆ, ਮਾਰ ਲੋ ਫੜ ਲੋ ਦੀਆਂ ਰੌਲਾ ਪਾਉਂਦੇ ਹਨ। ਗੁਰੂ ਹੁਕਮ ਤੇ ਖਾਲਸਾ ਬਦ ਅਗਰ ਦਰਾਹੀ। ਇਧਰੋਂ ਗੁਰੂ ਸਾਹਿਬ ਦਾ ਹੁਕਮ ਸੁਣਦਿਆਂ ਹੀ ਖਾਲਸੇ ਨੇ ਵੀ ਅੱਗੇ ਵਧ ਕੇ ਉਹਨਾਂ ਤੇ ਬੰਦੂਕਾਂ ਤਲਵਾਰਾਂ ਦੇ ਹਮਲੇ ਸ਼ੁਰੂ ਕੀਤੇ। ਸਿਰ ਖੰਡੀ ਛੰਦ ਸਿੰਘ ਕ੍ਰੋਧ ਕਰ ਜੁਟੇ ਜਵਾਲਾ ਬੌਨ ਲੈ। ਔਰ ਗੁਰੂ ਕੀਆਂ ਫੌਜਾਂ ਵੀ ਹੱਥਾਂ ਵਿੱਚ ਬੰਦੂਕਾਂ ਲੈ ਕੇ ਅੱਗੇ ਵਧੀਆਂ। ਗੌਤਨ ਕੋ ਸਿਰ ਫੁੱਟੇ ਲਗ ਗਗ ਗੋਰੀਆ। ਔਰ ਇਹਨਾਂ ਨੇ ਬੰਦੂਕਾਂ ਦੀਆਂ ਛਲਕਾਂ ਛੱਡੀਆਂ ਤੇ ਛੱਡੀਆਂ ਹੋਈਆਂ ਗੋਲੀਆਂ ਜਾ ਕੇ ਦੁਸ਼ਮਣਾਂ ਦੇ ਸਿਰਾਂ ਵਿੱਚ ਵੱਜੀਆਂ। ਕਿਸੇ ਦਾ ਸਿਰ ਫੁੱਟ ਗਿਆ, ਕਿਸੇ ਦਾ ਮੂੰਹ ਫੁੱਟ ਗਿਆ, ਕਿਸੇ ਦਾ ਪੇਟ ਪਾਟ ਗਿਆ। ਇੱਜ਼ਤ ਕਰ ਪਗ ਟੁੱਟੇ ਗਿਰੇ ਪਵੰਗਾ। ਕਿਸੇ ਕਿਸੇ ਦੀਆਂ ਲੱਤਾਂ ਟੁੱਟ ਗਈਆਂ, ਪੈਰ ਟੁੱਟ ਗਏ, ਧਰਤੀ ਤੇ ਡਿੱਗ ਪਏ। ਐ ਸੂਰ ਹੈ ਸੁਟੇ ਡਰ ਡਰ ਸ਼ਬਦ ਤੇ। ਔਰ ਕਈ ਜਿਹੜੇ ਘੋੜਿਆਂ ਉੱਤੇ ਸਵਾਰ ਸਨ ਯੋਧੇ ਲਲਕਾਰਦੇ ਮਾਰਦੇ ਆਉਂਦੇ ਸਨ। ਗੁਰੂ ਕੀਆਂ ਫੌਜਾਂ ਨੇ ਵੀ ਜਕਾਰੇ ਛੱਡ ਕੇ ਜਦੋਂ ਬੰਦੂਕਾਂ ਦੀਆਂ ਗੋਲੀਆਂ ਛੱਡੀਆਂ, ਘੋੜ ਸਵਾਰ ਘੋੜਿਆਂ ਸਮੇਤ ਡਿੱਗਣ ਲੱਗੇ। ਮਿਲ ਕੇ ਦਲ ਸਮਦਾਹੇ ਸੇਲਨ ਸਾਗ ਤੇ। ਇਉਂ ਲੜਦੇ ਲੜਦੇ ਦੋਨੇ ਦਲ ਇੱਕ ਦੂਜੇ ਦੇ ਨੇੜੇ ਪਹੁੰਚ ਜਾਂਦੇ ਐ। ਔਰ ਹੁਣ ਹੱਥਾਂ ਦੇ ਵਿੱਚ ਨੇੜਿਓਂ ਜੰਗ ਕਰਨ ਵਾਲੇ ਸ਼ਾਸਤਰ ਸੇਲੇ ਸਾਂਗ ਵਰਸ਼ੇ ਚੱਕ ਲਏ। ਤੀਚਨ ਤੀਰ ਚਲਾਏ ਸ਼ੰਕਤ ਮਾਰਤੇ। ਸ਼ੂਕਦੇ ਹੋਏ ਤਿੱਖੇ ਤੀਰ ਜਦੋਂ ਛੱਡਦੇ ਐ ਤੇ ਆਪਣੇ ਦੁਸ਼ਮਣਾਂ ਨੂੰ ਮਾਰਦੇ ਹਨ। ਔਵਰ ਹੱਥ ਪਰਮਾਏ ਸਨਮੁਖ ਧਾਵਦੇ। ਘੋੜਿਆਂ ਤੇ ਬੈਠੇ ਹੋਏ ਜਾਂ ਪੈਦਲ ਹੱਥਾਂ ਵਿੱਚ ਵਰਸ਼ਿਆਂ ਨੂੰ ਘੁਮਾਉਂਦੇ ਹੋਏ ਸ਼ਤਰੁਣ ਦੇ ਦਸਾਏ ਬਰਮੀ ਸਰਪ ਜਿਉ। ਦੁਸ਼ਮਣ ਦੇ ਢਿੱਡ ਵਿੱਚ ਇਉਂ ਮਾਰਦੇ ਐ ਜਿਵੇਂ ਸੱਪ ਖੱਡ ਵਿੱਚ ਵੜਦਾ ਹੈ। ਵਰਚੀ ਅਰ ਦਰਬਾਰੀ ਭੜਥੂ ਮੱਚਿਆ। ਇਉਂ ਕਿਧਰੇ ਬਰਸ਼ੀਆਂ ਦੇ ਨਾਲ ਕਿਧਰੇ ਤਲਵਾਰਾਂ ਦੇ ਨਾਲ ਜੰਗ ਹੋ ਰਿਹਾ ਹੈ। ਜੰਗ ਦੇ ਮੈਦਾਨ ਵਿੱਚ ਭੜਥੂ ਮਚ ਰਿਹਾ ਹੈ। ਲੋਹੂ ਨਾਲ ਕਪਾਰੀ ਚਮਕਤ ਲਾਲ ਹੈਵ। ਇਸ ਤਰ੍ਹਾਂ ਲਹੂ ਦੇ ਨਾਲ ਪਖਾਰੀ ਭਾਵ ਕਾਠੀਆਂ, ਘੋੜਿਆਂ ਦੀਆਂ ਕਾਠੀਆਂ ਅਤੇ ਸ਼ਸਤਰ ਜਿਹੜੇ ਹਨ, ਜਿਹੜੇ ਪਹਿਲਾਂ ਚਮਕਦੇ ਸੀ ਉਹ ਲਾਲ ਹੋ ਗਏ। ਜਨ ਸੂਹੀ ਤਰ ਸਾਰੀ ਜੋਗਨ ਦਾਰੁਣਾ। ਇਉਂ ਲੱਗਦਾ ਹੈ ਕਿ ਜਿਵੇਂ ਜੋਗਣਾ ਨੇ ਸੂਹੇ ਲਾਲ ਰੰਗ ਦੀਆਂ ਸਾੜੀਆਂ ਪਹਿਨੀਆਂ ਹੋਣ। ਚਰਬੇ ਪਾਨ ਸੁਪਾਰੀ ਜਮਕੀ ਜੀ ਕੈ। ਔਰ ਜਮਕਾਲ ਦੀ ਜੀਭ ਜਿਵੇਂ ਸੁਪਾਰੀ ਚੱਬੀ ਹੋਵੇ ਕਿਸੇ ਨੇ, ਕਾਲ ਦੀ ਜੀਭ ਜੋਗਣੀਆਂ ਦੀ ਜੀਭ ਜਾਂ ਮਾਸ ਖਾਣ ਵਾਲੇ ਜਾਨਵਰਾਂ ਦੇ ਮੂੰਹ ਇਉਂ ਲਾਲ ਹੋ ਰਹੇ ਨੇ ਜਿਵੇਂ ਕੋਈ ਪਾਨ ਖਾ ਕੇ ਥੁੱਕਦਾ ਹੈ। ਤੋਪੇ ਦੂਰ ਵਿਚਾਰੀ ਤਜ ਕੈ ਅਗਰ ਹੈਵ। ਹੁਣ ਗੁਰੂ ਪਿਆਰਿਓ ਤੋਪਾਂ ਦੂਰ ਪਛਾਰੀ ਤਜ ਕੇ ਅਗਰ ਹੋਵੇ। ਹੁਣ ਜਿਹੜਾ ਦੁਸ਼ਮਣ ਹੈ ਤੋਪਾਂ ਉਹਨਾਂ ਦੀਆਂ ਪਿੱਛੇ ਰਹਿ ਗਈਆਂ ਔਰ ਗੁਰੂ ਕੀਆਂ ਫੌਜਾਂ ਅੱਗੇ ਵਧੀਆਂ। ਉਹ ਵੀ ਤੋਪਾਂ ਛੱਡ ਕੇ ਗਾਹਾਂ ਆ ਗਏ। ਲਸ਼ਕਰ ਆਏ ਅਗਾਰੀ ਸੰਗਰ ਰਚਿਆ। ਇਹੋ ਦੁਸ਼ਮਣ ਦਾ ਲਸ਼ਕਰ ਜਿਹੜਾ ਹੈ ਅੱਗੇ ਵਧਿਆ। ਦੋਨੇ ਫੌਜਾਂ ਇਕੱਠੀਆਂ ਹੋ ਗਈਆਂ। ਜੰਗ ਭਿਆਨਕ ਹੋ ਗਿਆ ਹੈ। ਤੁਪ ਕਸਬੂ ਸੰਭਾਰੀ ਤੜਪੜ ਮਚ ਰਹੀ। ਔਰ ਹੱਥਾਂ ਦੇ ਵਿੱਚ ਬੰਦੂਕਾਂ ਸੰਭਾਲੀਆਂ ਤੇ ਜਦ ਘੋੜਾ ਨੱਪਦੇ ਐ ਤੜਪੜ ਕਰਦੀਆਂ ਗੋਲੀਆਂ ਜਾਂਦੀਆਂ। ਤੱਕ ਤੱਕ ਗੁਲਕਾ ਮਾਰੀ ਸ਼ਬਦ ਉਠੰਤ ਵੱਡ। ਨਿਸ਼ਾਨੇ ਬਿੰਨ ਬਿੰਨ ਕੇ ਦੁਸ਼ਮਣ ਨੂੰ ਮਾਰਦੇ ਹੈ। ਉੱਠੇ ਗਜ ਛਣਕਾਰੇ ਗੋਰੀ ਠੋਕਤੇ। ਦੁਬਾਰਾ ਫੇਰ ਬੰਦੂਕਾਂ ਦੇ ਵਿੱਚ ਗੱਜ ਮਾਰਦੇ ਐ, ਸਾਫ਼ ਕਰਦੇ ਐ, ਪੁਰਾਣਾ ਬਰੂਦ ਕੱਢ ਕੇ ਨਵਾਂ ਭਰਦੇ ਐ। ਧੋਕੇ ਪਲੀਤੇ ਭਾਰੇ ਤੋੜੇ ਟਾਪਤੇ। ਔਰ ਪਿੱਛੋਂ
ਪਲੀਤੇ ਨਾਲ ਉਹਨੂੰ ਅੱਗ ਦਿੰਦੇ ਐ। ਦਸਤਰਾਵਾ ਕਰ ਤਾਰੇ ਚੋਰੀ ਤੱਕ ਕੈ। ਔਰ ਦੁਬਾਰਾ ਫਿਰ ਤਿਆਰ ਕਰਕੇ ਬੰਦੂਕਾਂ ਨੂੰ ਸਿੱਧੀਆਂ ਕਰਕੇ ਛੱਡ ਦਿੰਦੇ ਐ। ਬਾਹਰ ਬਰੂਦੇ ਡਾਰੇ ਤੂਰਨ ਤਿਆਰ ਹਿੱਤ। ਕਿਉਂ ਬੜੀ ਤੇਜ਼ੀ ਦੇ ਨਾਲ ਬਾਰ-ਬਾਰ ਬੰਦੂਕਾਂ ਭਰ ਕੇ ਚਲਾ ਰਹੇ ਹਨ। ਨਰਾਜ ਛੰਦ ਗੁਰੂ ਗੋਬਿੰਦ ਸਿੰਘ ਜੀ ਬਿਲੰਦ ਹੀ ਡਾਰਿਓ। ਇਧਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਇੱਕ ਤਕੜਾ ਹੱਲਾ ਦੁਸ਼ਮਣ ਤੇ ਕਰ ਰਹੇ ਐ। ਸਮੂਹ ਸਿੰਘ ਸੰਗ ਲੈ ਤੁਫੰਗ ਕੋ ਸੰਭਾਰਿਓ। ਹੁਣ ਗੁਰੂ ਪਿਆਰਿਓ ਸਿੰਘਾਂ ਨੂੰ ਨਾਲ ਲੈ ਕੇ ਬੰਦੂਕਾਂ ਚੱਕੀਆਂ। ਵਿਰੁੱਧ ਜੁੱਧ ਸੁਧ ਤੇ ਸੋ ਕ੍ਰੋਧ ਹੋਏ ਆਇਓ। ਔਰ ਵਿਰੋਧੀਆਂ ਦੇ ਨਾਲ ਯੁੱਧ ਕਰਨ ਲਈ ਸ਼ੁੱਧ ਕ੍ਰੋਧ ਭਾਵ ਜੋਸ਼ ਦੇ ਨਾਲ ਅੱਗੇ ਵਧੇ ਐ। ਕਠੋਰ ਧਾਰ ਚਾਪ ਕੋ ਤੁਰੰਗ ਕੋ ਦਬਾਇਓ। ਇਸ ਤਰ੍ਹਾਂ ਹੱਥ ਵਿੱਚ ਸਤਿਗੁਰਾਂ ਨੇ ਕਠੋਰ ਕਮਾਨ ਵੀ ਫੜਿਆ ਹੋਇਆ ਹੈ ਤੇ ਘੋੜੇ ਨੂੰ ਭਜਾਉਂਦੇ ਹੋਏ ਅੱਗੇ ਵਧੇ। ਸ਼ੁੱਧ ਕ੍ਰੋਧ, ਇੱਥੇ ਇੱਕ ਸ਼ਬਦ ਆਇਆ ਸ਼ੁੱਧ ਕ੍ਰੋਧ। ਕ੍ਰੋਧ ਦੋ ਤਰ੍ਹਾਂ ਦਾ, ਇੱਕ ਤਾਂ ਈਰਖਾ ਕਰਕੇ ਕੀਤਾ ਜਾਵੇ, ਇੱਕ ਧਰਮ ਨੂੰ ਬਚਾਉਣ ਵਾਸਤੇ ਕੀਤਾ ਜਾਵੇ। ਇਸ ਕਰਕੇ ਧਰਮ ਨੂੰ ਕਾਇਮ ਕਰਨ ਲਈ ਜਿਹੜਾ ਕ੍ਰੋਧ ਕੀਤਾ ਜਾਂਦਾ ਹੈ, ਦੁਸ਼ਮਣ 'ਤੇ ਹਮਲਾ ਕੀਤਾ ਜਾਂਦਾ, ਉਹ ਸ਼ੁੱਧ ਹੈ। ਅਤੇ ਜਿਹੜਾ ਕੋਈ ਈਰਖਾ ਵਸ ਕੀਤਾ ਜਾਵੇ ਉਹ ਸ਼ੁੱਧ ਨਹੀਂ ਹੈ, ਉਹ ਮਾੜਾ ਹੈ। ਇਸ ਕਰਕੇ ਇੱਥੇ ਭਾਈ ਸਾਹਿਬ ਨੇ ਸ਼ੁੱਧ ਕ੍ਰੋਧ ਲਿਖਿਆ, ਭਾਵ ਆਪਣੇ ਧਰਮ ਨੂੰ ਬਚਾਉਣ ਦੇ ਲਈ ਸਤਿਗੁਰਾਂ ਨੇ ਹੱਥ ਵਿੱਚ ਉਹ ਸਖਤ ਜਿਹਾ ਕਮਾਨ ਚੱਕਿਆ ਹੋਇਆ ਹੈ। ਸਮੂਹ ਸਿੰਘ ਸੰਗ ਲੈ ਤੁਫੰਗ ਕੋ ਸੰਭਾਰਿਓ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਸਮੂਹ ਬਾਣ ਤਾਣ ਤੇ ਪ੍ਰਹਾਰ ਤੇ ਆਪਣੇ ਪੱਥਿਆਂ ਵਿੱਚੋਂ ਤੀਰ ਕੱਢ ਕੇ ਕਮਾਨ ਦੇ ਵਿੱਚ ਪਾ ਕੇ ਦੁਸ਼ਮਣ ਤੇ ਮਾਰਦੇ ਹਨ। ਵਿਰੁੱਧ ਜੁੱਧ ਸੁਧ ਤੇ ਸਮੂਹ ਬਾਣ ਤਾਣ ਤੇ ਪ੍ਰਹਾਰ ਦੇ। ਇਸ ਤਰ੍ਹਾਂ ਗੁਰੂ ਪਿਆਰਿਓ ਵਿਰੋਧੀਆਂ ਤੇ ਭਾਵ ਦੁਸ਼ਮਣਾਂ ਤੇ ਤੀਰਾਂ ਦੀ ਵਾਛੜ ਕਰਦੇ ਜਾ ਰਹੇ ਹਨ। ਗੜਾ ਤੜੀ ਤਰੰਗ ਵੀਰ ਭੂਮ ਵਿੱਚ ਡਰਦੇ। ਔਰ ਜਦੋਂ ਗੁਰੂ ਪਿਆਰਿਓ ਤੀਰ ਵੱਜਦੇ ਹਨ ਦੁਸ਼ਮਣ ਦੇ ਤੇ ਦਾੜ ਕਰਕੇ ਘੋੜੇ ਕਿਧਰੇ ਯੋਧੇ ਧਰਤੀ ਤੇ ਡਿੱਗ ਰਹੇ ਹਨ। ਬਹਿ ਸਵੇਗ ਬਾਹੋ ਜੋ ਪ੍ਰਾਤ ਨੇ ਤਰੋਰਵਾ। ਔਰ ਦੁਸ਼ਮਣ ਇਉਂ ਡਿੱਗ ਰਿਹਾ ਹੈ ਜੰਗ ਦੇ ਮੈਦਾਨ ਵਿੱਚ ਜਿਵੇਂ ਝੱਖੜ ਤੇਜ਼ ਹਨੇਰੀ ਚੱਲਦੀ ਹੈ ਤੇ ਪੁਰਾਣੇ ਦਰਖਤ ਜੜ੍ਹਾਂ 'ਚੋਂ ਡਿੱਗ ਪੈਂਦੇ ਹਨ ਪੱਟ ਕੇ। ਅਖੂਰ ਮੂਲ ਗੇਰ ਤੇ ਪਈ ਸਕੀਰਣ ਤਰਾ। ਉਖਾੜ ਮੂਲ ਜੜ੍ਹਾਂ ਚੋਂ ਪੱਟ ਕੇ ਦਰਖਤਾਂ ਨੂੰ ਧਰਤੀ 'ਤੇ ਜਿਵੇਂ ਸਿੱਟ ਦਿੰਦੀ ਹੈ ਹਵਾ, ਇਉਂ ਧਰਤੀ ਜਿਹੜੀ ਹੈ ਢਕੀ ਜਾਂਦੀ ਹੈ ਪੱਟੇ ਦਰਖਤਾਂ ਨਾਲ। ਇਉਂ ਅੱਜ ਜੰਗ ਦਾ ਮੈਦਾਨ ਦੁਸ਼ਮਣਾਂ ਦੀਆਂ ਤੇ ਘੋੜਿਆਂ ਦੀਆਂ ਲੋਥਾਂ ਨਾਲ ਭਰਦਾ ਜਾ ਰਿਹਾ ਹੈ। ਤੇਰਿਓ ਕੇ ਆਏ ਅਗਰ ਜੋ ਸੋ ਪ੍ਰਾਨਹੀਨ ਹੋਵਤੇ। ਜਿਹੜਾ ਵੀ ਅੱਗੇ ਵਧਿਆ ਉਹਨੇ ਆਪਣੇ ਪ੍ਰਾਣ ਗਵਾ ਲਏ। ਧਿਆਨ ਪੂਰ ਭੂਮਿਕਾ ਭਗੇ ਭਗੈਨ ਜੋਵਤੇ। ਔਰ ਜਿਹੜੇ ਗੁਰੂ ਪਿਆਰਿਓ ਡਰ ਗਏ ਇਹ ਜੰਗ ਦੇ ਮੈਦਾਨ ਵਿੱਚ, ਉਹ ਭੱਜਣਾ ਚਾਹੁੰਦੇ ਨੇ। ਨਹੀਂ ਜੋ ਨੈਣ ਗੋਚਰਾ ਬਚਿਓ ਸੋ ਜਿੱਦ ਰੱਖ ਕੇ। ਇਸ ਤਰ੍ਹਾਂ ਕਈ ਕਾਇਰ ਭੱਜਦੇ ਵਿਖਾਈ ਦਿੰਦੇ ਹਨ। ਜਿਹੜਾ ਗੁਰੂ ਜੀ ਦੀਆਂ ਅੱਖਾਂ ਦੇ ਸਾਹਮਣੇ ਨਹੀਂ ਆਇਆ ਉਹ ਜਾਨ ਬਚਾ ਕੇ ਭੱਜ ਗਿਆ। ਇਤੇ ਉਤੇ ਬਲਾਏਗੇ ਨਾ ਸਮੂਹਾ ਪਿਲਾਖੈ। ਇਸ ਤਰ੍ਹਾਂ ਗੁਰੂ ਸਾਹਿਬ ਦੇ ਤੀਰ ਜਦੋਂ ਆਉਂਦੇ ਦੇਖਦੇ ਆ ਨਾ, ਔਰ ਤੀਰ ਦੀ ਸਪੀਡ ਹੈ ਜਿਹੜੀ ਉਹ ਦੱਸੀ ਨਹੀਂ ਜਾ ਸਕਦੀ, ਇੰਨੀ ਤੇਜ਼ ਆ। ਔਰ ਇੱਕ ਨਹੀਂ 5 7 10 ਦੇ ਵਿੱਚੋਂ ਦੀ ਲੰਘ ਕੇ ਉਹ ਤੀਰ ਰੁਕਦਾ। ਇਸ ਕਰਕੇ ਦੁਸ਼ਮਣ ਡਰ ਗਿਆ ਹੈ ਬਈ ਗੁਰੂ ਦੇ ਤੀਰਾਂ ਤੋਂ ਬਚਿਆ ਨਹੀਂ ਜਾ ਸਕਦਾ। ਗੁਰੂ ਸਮੇਤ ਖਾਲਸੇ ਤਬਾਈ ਜਾਹੇ ਕੋ। ਇਸ ਤਰ੍ਹਾਂ ਗੁਰੂ ਸਾਹਿਬ ਅਤੇ ਨਾਲ ਗੁਰੂ ਕੀਆਂ ਫੌਜਾਂ ਆਪਣੇ ਘੋੜਿਆਂ ਨੂੰ ਭਜਾ ਕੇ ਸੰਘਾਰ ਕੇ ਸਥਾਰ ਕੀਨ ਕੋ ਟਿਕੇ ਨਾ ਤਾਹੇ ਕੋ। ਔਰ ਦੁਸ਼ਮਣ ਨੂੰ ਭਜਾ ਕੇ ਮਾਰਦੇ ਹਨ। ਹੁਣ ਕੋਈ ਗੁਰੂ ਕੀਆਂ ਫੌਜਾਂ ਦੇ ਸਾਹਮਣੇ ਟਿਕ ਨਹੀਂ ਸਕਿਆ। ਗੰਤ ਬਨ ਗੋਰੀਆ ਦੌਰੀਆ ਸੜਕ ਤੇ। ਔਰ ਬੰਦੂਕ ਦੇ ਵਿੱਚੋਂ ਛੱਡੀਆਂ ਗੋਲੀਆਂ ਤੇ ਕਮਾਨ 'ਚੋਂ ਛੱਡੇ ਹੋਏ ਤੀਰ
ਸੜਾ ਕਰਕੇ ਜਾਂਦੇ ਐ ਤੇ ਦੁਸ਼ਮਣਾਂ ਨੂੰ ਲੱਗਦੇ ਐ। ਬੁਲਾਏ ਜਾਏ ਜੀਵ ਤੇ ਮਰੇ ਪਰੇ ਧੜਾਕ ਤੇ। ਜਿਹੜੇ ਡਰਦੇ ਭੱਜ ਗਏ ਉਹ ਭੱਜ ਗਏ ਤੇ ਜਿਹੜੇ ਅੜ ਗਏ ਉਹ ਝੜ ਗਏ। ਭਾਵ ਜਿਹੜੇ ਖੜ ਗਏ ਉਹਨਾਂ ਦੇ ਗੋਲੀਆਂ ਬੰਦੂਕਾਂ ਦੀਆਂ ਕਮਾਨ ਦੇ ਛੱਡੇ ਹੋਏ ਤੀਰ ਜਾ ਲੱਗੇ ਤੇ ਉਹ ਧਰਤੀ ਤੇ ਡਿੱਗ ਪਏ। ਜਿਨ੍ਹਾਂ ਨੇ ਆਪਣੀ ਜਾਨ ਬਚਾਉਣੀ ਚਾਹੀ ਉਹ ਭੱਜਣ ਲੱਗੇ। ਚੌਪਈ ਜੁਗ ਸੂਬੇ ਕਿਰਪਤ ਮਿਲ ਸਾਰੇ ਹੀਰ ਚਮਕ ਪ੍ਰਾਤ ਕਾਰ ਉਚਾਰੇ। ਔਰ ਦੋਵੇਂ ਸੂਬੇਦਾਰ ਪਹਾੜੀਆਂ ਨੂੰ ਗਾਲਾਂ ਕੱਢਦੇ ਆ ਵੀ ਸਾਨੂੰ ਐਵੇਂ ਮਰਵਾਤਾ ਲਿਆ ਕੇ। ਸਾਨੂੰ ਕਹਿੰਦੇ ਉਹਨਾਂ ਕੋਲ ਫੌਜ ਹੀ ਹੈ ਨਹੀਂ, ਕੋਈ ਸਤਨਾਮ। ਭਾਵ ਦੋਨੇ ਸੂਬੇ ਜ਼ਬਰਦਸਤ ਖਾਂ ਤੇ ਵਜੀਦਾ ਇਹ ਇਕੱਠੇ ਹੋ ਕੇ ਆਪਣੀ ਸੈਨਾ ਨੂੰ ਵੇਖ ਕੇ, ਸੈਨਾ ਦਾ ਨੁਕਸਾਨ ਹੁੰਦਾ ਵੇਖ ਕੇ ਪਹਾੜੀਆਂ ਨੂੰ ਗੁਰੂ ਪਿਆਰਿਓ ਮੰਦਾ ਚੰਗਾ ਬੋਲਦੇ ਹੋਏ ਕਹਿ ਰਹੇ ਹਨ। ਬੜੇ ਜਤਨ ਤੇ ਸਨਮੁਖ ਕਰੈ ਕਿਤਕ ਭਲਾਵੈ ਕਿਤਕ ਮਰੈ। ਹੁਣ ਜਦੋਂ ਮਗਰਲੀ ਫੌਜ ਨੇ ਵੇਖਿਆ ਕਿ ਮੂਹਰੇ ਕੋਈ ਵਾਹ ਨਹੀਂ ਚੱਲਦੀ, ਜਿਹੜੀ ਵੀ ਫੌਜ ਅੱਗੇ ਵੱਧਦੀ ਹੈ ਉਹ ਮਰ ਜਾਂਦੀ ਹੈ, ਤੇ ਜਿਹੜੇ ਆਸੇ ਪਾਸੇ ਦੀ ਭੱਜ ਜਾਂਦੇ ਆ ਜਾਨ ਬਚਾ ਕੇ ਉਹ ਭੱਜ ਜਾਂਦੇ ਆ, ਨਿਕਲ ਜਾਂਦੇ ਆ। ਦੋਨੇ ਸੂਬੇਦਾਰ ਮਸਾਂ ਪਿਛਲੀ ਫੌਜ ਨੂੰ ਅੱਗੇ ਕਰਦੇ ਐ। ਕੋਕੋ ਸਿੰਘ ਕਾਬ ਜੁਤ ਹੋ ਗੁਰੂ ਪ੍ਰਤਾਪ ਖਾਲਸੇ ਜੋ ਹੋ। ਇਸ ਤਰ੍ਹਾਂ ਕੁਝ ਸਿੰਘ ਵੀ ਜ਼ਖਮੀ ਹੋਏ ਆ, ਪਰ ਗੁਰੂ ਕਿਰਪਾ ਸਦਕਾ ਜਿਹੜਾ ਹੈ ਉਹਨਾਂ ਦੀਆਂ ਫੌਜਾਂ ਦਾ ਬਹੁਤ ਨੁਕਸਾਨ ਹੋਇਆ ਹੈ। ਜੋ ਲਸ਼ਕਰ ਤੁਰਕਨ ਕੀ ਤੇਰੇ ਕੀਚਤ ਪਹੁੰਚੇ ਭਾਜਤ ਡੇਰੇ। ਇਸ ਤਰ੍ਹਾਂ ਤੁਰਕਾਂ ਦੇ ਲਸ਼ਕਰ ਨੂੰ ਵਾਪਸ ਭਜਾ ਦਿੱਤਾ ਹੈ। ਕਈ ਭੱਜ ਕੇ ਆਪਣੇ ਤੰਬੂਆਂ ਵਿੱਚ ਜਾ ਵੜੇ। ਸ਼ਤਰਨ ਕੀ ਦਲ ਨਰ ਕਰ ਉੱਡੇ ਬਹੁਤ ਚੌਕ ਤੇ ਸੁਮੁਖ ਨਾ ਜੁਟੇ। ਇਸ ਤਰ੍ਹਾਂ ਵੈਰੀ ਗੁਰੂ ਕੇ ਸਿੰਘਾਂ ਦਾ ਤੇ ਗੁਰੂ ਦਾ ਹੱਥ ਵੇਖ ਕੇ ਭੱਜ ਗਏ, ਹੁੱਟੇ ਡਰਦੇ ਹੋਏ ਪਿੱਛੇ ਹਟ ਗਏ, ਭੱਜ ਗਏ। ਫਿਰ ਉਹਨਾਂ ਨਾਲ ਅੰਦਰ ਹੁਣ ਲੜਨ ਦਾ ਚਾਅ ਖਤਮ ਹੋ ਗਿਆ। ਪਹਿਲਾਂ ਆਏ ਸੀਗੇ ਵੀ ਫੌਜ ਬਹੁਤ ਹੈ, ਗੁਰੂ ਕੋਲੇ ਕਿਹੜਾ ਬਹੁਤੇ ਸਿੰਘ ਹੈ, ਜਾਂਦੇ ਹੀ ਅਸੀਂ ਕਬਜ਼ਾ ਕਰ ਲਾਂਗੇ ਉਹਨਾਂ ਦੇ ਕਿਲਿਆਂ 'ਤੇ। ਪਰ ਇਹਨਾਂ ਨੇ ਜਦੋਂ ਸਿੰਘਾਂ ਦੇ ਹੱਥ ਵੇਖੇ, ਗੁਰੂ ਕੇ ਹੱਥ ਵੇਖੇ, ਤਾਂ ਫਿਰ ਇਹਨਾਂ ਦਾ ਚਾਅ ਖਤਮ ਹੋ ਗਿਆ ਲੜਾਈ ਵਾਲਾ। ਸਨੇ ਸਨੇ ਹਟ ਕਰਪੁਰ ਔਰੀ ਆਵਤ ਪੁੰਜ ਤਫੰਗਨ ਚੋਰੀ। ਔਰ ਹੌਲੀ ਹੌਲੀ ਇਹ ਬੰਦੂਕਾਂ ਦੀਆਂ ਗੋਲੀਆਂ ਛੱਡਦੇ ਹੋਏ ਵੀ ਐ ਵੀ ਨਾ ਪਤਾ ਲੱਗੇ ਡਰਦੇ ਭੱਜਦੇ ਆ, ਪਿਛਲੇ ਪੈਰੀ ਹਟੇ ਤੇ ਆਪਣੇ ਤੰਬੂਆਂ ਵੱਲ ਆ ਗਏ। ਰਨ ਮੇ ਮਰੇ ਲੋਥ ਉਠਵਾਏ ਘਾਇਲ ਕੋ ਸੰਭਾਲ ਸਭ ਥਾਏ। ਔਰ ਇਹਨਾਂ ਨੇ ਕੁਝ ਯੋਧਿਆਂ ਨੂੰ ਚੱਕਣਾ ਵੀ ਕੀਤਾ, ਜਿਹੜੇ ਮਰ ਗਏ ਉਹਨਾਂ ਦੇ, ਜਿਹੜੇ ਜ਼ਖਮੀ ਸੀ ਉਹਨਾਂ ਨੂੰ ਵੀ ਸੰਭਾਲਿਆ। ਆਏ ਦੁਰਗ ਮੇ ਸਤਿਗੁਰ ਬਾਰੇ ਸ਼ਲਕ ਤੁਪ ਕੋ ਤੋਪਣ ਕੀ ਕਰੇ। ਔਰ ਗੁਰੂ ਕੇ ਸਿੰਘਾਂ ਨੇ ਜ਼ਖਮੀ ਸਿੰਘਾਂ ਨੂੰ ਨਾਲ ਲਿਆਂਦਾ ਔਰ ਸਤਿਗੁਰੂ ਵੀ ਪੁਰੀ ਵੱਲ ਭਾਵ ਆਨੰਦਪੁਰੀ ਵੱਲ ਵੱਧ ਗਏ, ਕਿਲੇ ਵੱਲ ਆ ਗਏ ਤੇ ਕਿਲੇ ਦੇ ਵਿੱਚ ਚਲੇ ਗਏ। ਦੁਰਜਨ ਰਾਖੇ ਦੂਰ ਹਟਾਈ ਮਾਰੇ ਖੇਤ ਵਿਖੇ ਸਮਦਾਏ। ਔਰ ਸਤਿਗੁਰੂ ਫੌਜਾਂ ਸਮੇਤ ਕਿਲੇ 'ਚ ਆ ਵੜੇ। ਸ਼ਲਕ ਤੁਪਕ ਤੋਪਣ ਕੀ ਕਰੇ। ਫਿਰ ਤੋਪਾਂ ਤੇ ਬੰਦੂਕਾਂ ਦੀਆਂ ਦੂਰੋਂ ਗੋਲੀਆਂ ਚੱਲਦੀਆਂ ਰਹੀਆਂ। ਦੁਸ਼ਮਣ ਨੂੰ ਕਿਲੇ ਤੋਂ ਆਨੰਦਪੁਰ ਸਾਹਿਬ ਤੋਂ ਦੂਰ ਹਟਾ ਦਿੱਤਾ ਹੈ। ਵਾਹਿਗੁਰੂ ਜੀ ਕੀ ਕਹਿ ਫਤਿਹ ਹਰ ਕ ਖਾਲਸੇ ਮੇ ਪਾਤੇ। ਔਰ ਇਉਂ ਜੰਗ ਦਾ ਮੈਦਾਨ ਜਿੱਤ ਕੇ ਗੁਰੂ ਕੀਆਂ ਫੌਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਂ ਬੋਲੇ ਸੋ ਨਿਹਾਲ ਦੇ ਜਕਾਰੇ ਛੱਡਦੇ ਹੋਏ ਵਾਪਸ ਕਿਲੇ ਵਿੱਚ ਆ ਗਏ। ਰਾਤ ਪੈ ਗਈ ਦੋਹਰਾ। ਬੀਤ ਗਿਓ ਬਾਸੁਰ ਸਰਬ ਨਿਸ ਹੋਈ ਜਬ ਆਏ। ਜਦੋਂ ਸਾਰਾ ਦਿਨ ਇਉਂ ਅੱਜ ਬਤੀਤ ਹੋ ਗਿਆ, ਰਾਤ ਹੋ ਗਈ। ਕਿਰਪਤ ਸਭ ਸੂਬੇ ਦੋਹ ਮਿਲੇ ਆਏ ਇੱਕ ਥਾਏ। ਤੋ ਰਾਤ ਨੂੰ ਫਿਰ ਦੋਨੇ ਸੂਬੇਦਾਰ ਤੇ ਪਹਾੜੀ ਰਾਜੇ ਸਲਾਹਾਂ ਕਰਦੇ ਆ। ਲਲਤ ਪਦ ਛੰਦ ਮਿਲ ਕਰ ਮਸਲਤ ਲਗੇ ਵਿਚਾਰਨਾ ਜਾਏ ਨਹੀਂ ਕੁਛ ਜਾਣਾ। ਸਾਰੇ ਬੈਠ ਕੇ ਸਲਾਹਾਂ ਕਰਦੇ ਐ ਵੀ ਇਹ ਜੰਗ ਕਿਵੇਂ ਜਿੱਤਿਆ ਜਾਊਗਾ। ਗੁਰੂ ਕੀਆਂ ਫੌਜਾਂ ਨਾਲ ਜੰਗ ਜਿੱਤਣਾ ਸੌਖਾ ਨਹੀਂ। ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੂੰ ਗੁਰੂ ਕੀਆਂ ਫੌਜਾਂ ਨੇ ਭਜਾਇਆ। ਅਫਗਾਨਿਸਤਾਨ ਨੂੰ ਗੁਰੂ ਕੀਆਂ ਫੌਜਾਂ ਨੇ ਭਾਈ ਹਰੀ ਸਿੰਘ ਨਲੂਏ ਵਰਗੇ ਜੋਸ਼ੀਲੇ ਸਿੰਘਾਂ ਨੇ ਜਿੱਤਿਆ। ਅੱਜ ਤੱਕ ਗੱਲਾਂ ਹੁੰਦੀਆਂ
ਇਸੇ ਤਰ੍ਹਾਂ ਹੀ ਜਿੱਥੇ ਕੋਈ ਅੜਿਆ ਨਾ ਉੱਥੇ ਜੇ ਸਿੰਘ ਖੜ ਗਿਆ ਫਿਰ ਉਹ ਮੈਦਾਨ ਜਿੱਤਿਆ ਜਾਂਦਾ ਹੈ। ਇਸ ਕਰਕੇ ਇਹ ਬੈਠ ਕੇ ਸਲਾਹਾਂ ਕਰਦੇ ਹੈ ਵੀ ਇਹ ਲੜਦੇ ਕਿਹੜੇ ਹਿਸਾਬ ਨਾਲ ਹੈ, ਇਹਨਾਂ ਦਾ ਨੁਕਸਾਨ ਬਹੁਤ ਘੱਟ ਹੁੰਦਾ ਹੈ ਤੇ ਸਾਡਾ ਬਹੁਤ ਜ਼ਿਆਦਾ ਹੁੰਦਾ ਹੈ, ਇਹਨਾਂ ਨੂੰ ਕਿਵੇਂ ਜਿੱਤੀਏ। ਕਲ ਤੋ ਹੋਤੇ ਗੁਰੂ ਭੱਟ ਉਟੇ ਹਮਰੇ ਖਰੇ ਮਦਾਨਾ। ਕੱਲ ਤਾਂ ਚਲ ਮੰਨਿਆ ਵੀ ਜਿਹੜੀਆਂ ਗੁਰੂ ਕੀਆਂ ਫੌਜਾਂ ਮੋਰਚਿਆਂ ਵਿੱਚ ਸੀਗੀਆਂ, ਉਹਨਾਂ ਨੂੰ ਮੋਰਚਿਆਂ ਦੀ ਓਟ ਸੀਗੀ, ਅਸੀਂ ਮੈਦਾਨ ਸੀਗੇ ਤੇ ਇਸ ਕਰਕੇ ਜ਼ਿਆਦਾ ਮਰ ਗਏ। ਜਾਤੇ ਮਰੇ ਹਜ਼ਾਰੋਂ ਜੋਧਾ ਮਿੱਟੀ ਮਾਸ ਲਰਾਏ। ਔਰ ਸਾਡੇ ਹਜ਼ਾਰਾਂ ਯੋਧੇ ਮਰ ਗਏ ਜਿਨ੍ਹਾਂ ਦੇ ਸਰੀਰ ਮਿੱਟੀ ਵਿੱਚ ਮਿਲ ਗਏ। ਇਹ ਸਮੀਪ ਨਿਜ ਢੂਕਣ ਦੀਨੇ ਮਾਰ ਮਹਾਨ ਮਚਾਏ। ਚਲੋ ਕੱਲ ਤਾਂ ਮੰਨਿਆ ਬਈ ਉਹਨਾਂ ਕੋਲੇ ਮੋਰਚੇ ਸੀ, ਸਾਡੇ ਕੋਲੇ ਮੋਰਚੇ ਨਹੀਂ ਬਣੇ ਸੀ, ਪਰ ਸਾਨੂੰ ਨੇੜੇ ਨਹੀਂ ਢੁੱਕਣ ਦਿੱਤਾ। ਗੁਰਪਟ ਬੱਚੇ ਮਰੇ ਬਹੁ ਮਰੇ ਜਾਨ ਦੀਨ ਤਬ ਹਿਤਾ। ਕੱਲ ਤਾਂ ਮੰਨ ਲਿਆ, ਪਹਾੜੀਏ ਵੀ ਨਹੀਂ ਵੀ ਕਹਿੰਦੇ ਸੀ ਨਾ, ਭੀਮ ਚੰਦ ਵਰਗਿਆਂ ਨੂੰ ਪੁੱਛਦੇ ਆ ਵੀ ਕੱਲ ਤਾਂ ਮੰਨ ਲਿਆ, ਤੁਸੀਂ ਕਹਿੰਦੇ ਸੀ ਆਪਣੇ ਕੋਲੇ ਮੋਰਚੇ ਹੈ ਨਹੀਂ ਸੀ ਤਾਂ ਜ਼ਿਆਦੇ ਮਰ ਗਏ, ਪਰ ਅੱਜ ਲੜੇ ਸਮਹਿਬ ਕਰ ਸਾਰੇ ਬਨ ਕੇ ਸਿੰਘ ਸੁਚੀਤਾ। ਅੱਜ ਤਾਂ ਉਹ ਵੀ ਮੈਦਾਨ ਵਿੱਚ ਆ ਗਏ, ਅੱਜ ਤਾਂ ਉਹ ਵੀ ਮੋਰਚਿਆਂ ਵਿੱਚ ਨਹੀਂ ਸੀ, ਅਸੀਂ ਵੀ ਮੈਦਾਨ ਵਿੱਚ ਸੀਗੇ ਤੇ ਸਿੰਘ ਬੜੇ ਸਾਵਧਾਨ ਸੁਚੇਤ ਹੋ ਕੇ ਲੜੇ। ਹਮਰੇ ਮਰੋ ਹਜ਼ਾਰੋ ਦੀਕਤ ਖੇਤ ਸ਼ੰਕਰਨ ਹੋਵਾ। ਔਰ ਸਾਡੀ ਫੌਜ ਬਹੁਤ ਮਰ ਗਈ, ਮੈਦਾਨ ਸੰਕਰਨ ਭੀੜਾ ਛੋਟਾ ਪੈ ਗਿਆ, ਇੰਨੀਆਂ ਮੌਤਾਂ ਹੋ ਗਈਆਂ ਕਿ ਹੇਠ ਉੱਤੇ ਲੋਥਾਂ ਤੇ ਲੋਥਾਂ ਚੜ ਗਈਆਂ, ਲੜਾਈ ਵਾਸਤੇ ਮੈਦਾਨ ਘਟ ਗਿਆ। ਗੁਰ ਕੋ ਭਟ ਕਾਇਲ ਭਾਕੋ ਨਹਿ ਮਰਿਓ ਨਾ ਮਰ ਰਾਜੋਵਾ। ਔਰ ਗੁਰੂ ਦੀਆਂ ਫੌਜਾਂ ਨਾ ਬਹੁਤੀਆਂ ਜ਼ਖਮੀ ਹੋਈਆਂ, ਨਾ ਕੋਈ ਮਰਿਆ ਉਹਨਾਂ ਦਾ। ਭੀਮ ਚੰਦ ਤੇ ਆਦਿਕ ਰਾਜੇ ਹੱਥ ਬੰਦ ਕਰ ਭਾਖੇ। ਹੁਣ ਪਹਾੜੀਆਂ ਨੂੰ ਡਰ ਵੀ ਲੱਗਦਾ ਨਾ ਵੀ ਕੀ ਕਹੀਏ ਇਹਨਾਂ ਨੂੰ, ਖਤਰਾ ਵੀ ਲੱਗਦਾ ਵੀ ਅਸੀਂ ਸੱਦ ਕੇ ਲਿਆਂਦੇ ਸੀਗੇ ਤੇ ਤੁਰਕਾਂ ਦੀ ਫੌਜ ਦਾ ਨੁਕਸਾਨ ਬਹੁਤ ਹੋ ਰਿਹਾ ਹੈ। ਇਸ ਕਰਕੇ ਹੱਥ ਬੰਨ੍ਹ ਕੇ ਭੀਮ ਚੰਦ ਕਹਿੰਦਾ, ਘਾਤ ਡਰਨ ਕੀ ਐਸੀ ਜਾਣਤ ਤਰਾਸ਼ਨਾ ਮਨ ਮੇ ਰਾਖੇ। ਅਸਲ ਦੇ ਵਿੱਚ ਨਾ ਜਿਹੜੇ ਮਰਨ ਤੋਂ ਨਹੀਂ ਡਰਦੇ, ਇਹਨਾਂ ਨੂੰ ਲੜਨ ਦਾ ਜਿਹੜਾ ਨਾ ਦਾ ਹੀ ਬੜਾ ਆਉਂਦਾ ਹੈ। ਇਹਨਾਂ ਸਾਹਮਣੇ ਲੜਨਾ ਹੈ ਤਾਂ ਔਖਾ ਹੀ, ਲੜਨ ਦਾ ਐਸਾ ਦਾ ਹੀ ਜਾਣਦੇ ਹੈ ਤੇ ਮਨ ਵਿੱਚ ਇਹਨਾਂ ਦੇ ਮਰਨ ਦਾ ਵੀ ਭੈ ਨਹੀਂ ਹੈ। ਅਸੀਂ ਮਰਨ ਦਾ ਡਰ ਰੱਖ ਕੇ ਲੜਦੇ ਹਾਂ ਵੀ ਬਚ ਵੀ ਜਾਈਏ ਤੇ ਜੰਗ ਵੀ ਜਿੱਤ ਲਈਏ, ਇਹ ਦੋਨੇ ਗੱਲਾਂ ਨਹੀਂ ਹੋ ਸਕਦੀਆਂ। ਇੱਕ ਵਾਰ ਹੀ ਲਕਾਲਣ ਕਰ ਕਰਤ ਵਾਰ ਮਿਲ ਸਾਰੇ। ਜਦੋਂ ਇਹ ਇਕੱਠੇ ਹੋ ਕੇ ਹਮਲਾ ਕਰ ਦੇਣ, ਬੰਦ ਟੋਲ ਕਰ ਘਾਤ ਹਟਤ ਹੈ ਹੋਤ ਨਾ ਕਿਮ ਨਿਰਬਾਰੇ। ਔਰ ਸਾਡੇ ਫੌਜਾਂ ਦੇ ਟੋਲਿਆਂ ਦੇ ਟੋਲੇ ਅੱਗੇ ਵਧਦੇ ਹੈ ਤੇ ਬਹੁਤ ਸਾਰੀਆਂ ਫੌਜਾਂ ਨੂੰ ਮਾਰ ਕੇ ਇਹ ਪਿੱਛੇ ਹਟ ਜਾਂਦੇ ਹੈ, ਵਰਜੇ ਰੁਕਦੇ ਨਹੀਂ। ਆਗੇ ਡਰੇ ਘੇਰ ਹਮਲੀਨਸ ਸੰਗ ਵਜੀਦ ਪਠਾਨਾ। ਅੱਗੇ ਲੜ ਕੇ ਅਸੀਂ ਘੇਰ ਲਏ ਸੀ, ਉਸ ਸਮੇਂ ਵਜੀਦ ਖਾਂ ਪਠਾਨ ਸਾਡੇ ਨਾਲ ਸੀ। ਨੀਠ ਨੀਠ ਕਰ ਗਮਨਿਓ ਬਚ ਕੇ ਰੋਕਿਓ ਬਹਿਰ ਮਾਦਾਨਾ। ਔਰ ਮਸਾ ਮਸਾ ਬਚ ਕੇ ਬਾਹਰ ਨਿਕਲਿਆ ਸੀ। ਅਬ ਤੁਮ ਚੜੋ ਨਾ ਲੜ ਬੇਕਾਰਨ ਰੱਬ ਚੌਦਸ ਡੇਰੇ। ਔਰ ਹੁਣ ਪਹਾੜੀਆਂ ਨੂੰ ਵਜੀਦ ਖਾਨ ਕਹਿੰਦਾ ਵੀ ਤੁਸੀਂ ਅੱਗੇ ਹੋਵੋ, ਹੁਣ ਸਾਡੇ ਬੰਦੇ ਮਰਵਾਈ ਜਾਂਦੇ ਹੋ, ਆਹ ਪਾਸੇ ਖੜੇ ਹੋ। ਵਾਕਿਆ ਹੀ ਇਹ ਪਹਾੜੀਏ ਇਹ ਆਪਣੇ ਆਪ ਨੂੰ ਬ੍ਰਾਹਮਣ ਕਹਾਉਂਦੇ ਆ। ਇਹ ਜਿਹੜੇ ਪਹਾੜੀਏ ਹਿੰਦੂ ਲੋਕ ਹੈ ਨਾ, ਇਸੇ ਤਰ੍ਹਾਂ ਦੀ ਹੈ, ਦੂਜੇ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਆ। ਕੋਈ ਸਤਨਾਮ, ਇਹ ਸਵਾਰਥੀ ਬੜੇ ਆ। ਜਦੋਂ ਕੋਈ ਸਵਾਰਥ ਹੁੰਦਾ ਉਦੋਂ ਗੁਰੂ ਸਾਹਿਬ ਨਾਲ ਸੰਧੀ ਕਰ ਲੈਂਦੇ ਆ, ਜਦੋਂ ਸਵਾਰਥ ਨਿਕਲ ਜਾਂਦਾ ਉਦੋਂ ਲੜਾਈ ਕਰ ਲੈਂਦੇ ਆ। ਕੋਈ ਸਤਨਾਮ। ਵਜੀਦ ਖਾਨ ਦੀ ਸਭਾ ਦੇ ਵਿੱਚ ਜਿਸ ਵੇਲੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਆ, ਹਜੇ ਇੱਕ ਮੁਸਲਮਾਨ ਹਾਦਾ ਨਾਰਾ ਮਾਰਦਾ ਹੈ, ਮਲੇਰਕੋਟਲੇ ਵਾਲਾ, ਪਰ ਉਸੇ ਸਭਾ ਦੇ ਵਿੱਚ ਬੈਠਾ ਸੁੱਚੇ ਨੰਦ ਵਰਗੇ ਹਿੰਦੂ ਜਿਹੜੇ ਸੂਬੇਦਾਰ ਹੈ, ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਹੋਈਆਂ ਇਹਨਾਂ ਦੀ ਫੌਜ ਵਿੱਚ, ਉਹ ਆਪਣੀਆਂ ਨੌਕਰੀਆਂ ਬਚਾਉਣ ਵਾਸਤੇ ਤੇ ਗੁਰੂ ਪਿਆਰੋ ਆਪਣੇ ਰਾਜ ਕਾਇਮ ਰੱਖਣ ਵਾਸਤੇ ਕੀ ਕਹਿੰਦੇ ਆ, ਇਹਨਾਂ ਨੂੰ ਮਾਰ ਦਿਓ, ਜਿਵੇਂ ਮਾਰਿਆ ਜਾਂਦਾ ਮਾਰ ਦਿਓ। ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਹੈ।
ਇਹਨਾਂ ਦਾ ਇੱਕ ਪਿਤਾ ਹੀ ਸਾਥੋਂ ਵੱਸ ਵਿੱਚ ਨਹੀਂ ਆ ਰਿਹਾ। ਜੇ ਇਹ ਵੀ ਦੋਨੇ ਕਾਮਯਾਬ ਹੋ ਗਏ ਤੇ ਮੁਸ਼ਕਲ ਹੋ ਜਾਊਗਾ। ਅਸਲ ਦੇ ਵਿੱਚ ਇਹਨਾਂ ਸਵਾਰਥੀਆਂ ਨੂੰ ਆਪਣੇ ਰਾਜਾਂ ਦੇ ਨਾਲ ਹੀ ਤਲਕ ਹੈ, ਦੂਜੇ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਆ। ਜਦੋਂ ਸਵਾਰਥ ਹੋ ਜਾਂਦਾ ਫਿਰ ਤੂੰ ਕੌਣ ਤੇ ਮੈਂ ਕੌਣ। ਸ਼ਹੀਦ ਭਗਤ ਸਿੰਘ ਹੋਰਿਆਂ ਨੇ ਦੇਸ਼ ਨੂੰ ਯਾਦ ਕਰਨ ਵਾਸਤੇ ਲੜਾਈਆਂ ਕੀਤੀਆਂ। ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ, ਸੁਖਦੇਵ ਸਿੰਘ ਆਦਿ ਇਹ ਸਾਰੇ ਜਦੋਂ ਉਹਨਾਂ ਦੇ ਨਾਲ ਲੜਨਾ ਸੀਗਾ, ਲੜਾਈਆਂ ਕਰਨੀਆਂ ਸੀ, ਉਦੋਂ ਉਹਨਾਂ ਨੂੰ ਮੂਹਰੇ ਲਾਇਆ ਨੌਜਵਾਨਾਂ ਨੂੰ। ਤੇ ਜਦੋਂ ਗੋਰੇ ਚਲੇ ਗਏ ਤੇ ਉਹਨਾਂ ਹੀ ਗਾਂਧੀ ਵਰਗਿਆਂ ਨੇ ਸਹਿਣ ਕਰਕੇ ਦਿੱਤੇ ਬਈ ਇਹ ਅੱਤਵਾਦੀ ਹੈ, ਇਹਨਾਂ ਨੂੰ ਰਾਤੇ ਰਾਤ ਕੀ ਕੱਲ੍ਹ ਨੂੰ ਫਾਂਸੀ ਦੇਣੀ ਹੈ, ਰਾਤ ਨੂੰ ਦਿਓ ਕੋਈ ਸਤਨਾਮ। ਹਾਲਾਂਕਿ ਕਹਿੰਦੀ ਅੰਗਰੇਜ਼ਾਂ ਦਾ ਅਫਸਰ ਕਹਿੰਦਾ ਸੀਗਾ ਬਈ ਤੁਸੀਂ ਇੱਕ ਵਾਰੀ ਸਾਨੂੰ ਸਹਿਣ ਕਰ ਦਿਓ, ਅਸੀਂ ਛੱਡ ਦਿਆਂਗੇ, ਨਹੀਂ ਫਾਂਸੀ ਦੇਵਾਂਗੇ। ਪਰ ਉਹਨਾਂ ਦਾ ਖਿਆਲ ਸੀਗਾ ਵੀ ਜੇ ਇਹ ਜਿਉਂਦੇ ਰਹਿ ਗਏ ਫਿਰ ਤਾਂ ਸਾਰੀ ਹਿੰਦੁਸਤਾਨ ਦੀ ਜਨਤਾ ਇਹਨਾਂ ਦੇ ਨਾਲ ਜੁੜੀ ਰਹੇਗੀ, ਇਹਨਾਂ ਨੂੰ ਮਗਰੋਂ ਲਾਹੋ ਪਹਿਲਾਂ ਕੋਈ ਸਤਨਾਮ, ਫਿਰ ਅਸੀਂ ਰਾਜ ਕਰ ਸਕਦੇ ਹਾਂ। ਉਦੋਂ ਵੀ ਇਸੇ ਤਰ੍ਹਾਂ ਰਾਜ ਲਿਆ ਇਹਨਾਂ ਨੇ, ਗਾਂਧੀ ਵਰਗਿਆਂ ਨੇ। ਇਸ ਕਰਕੇ ਲੋਕ ਸਵਾਰਥੀ ਆ। ਦੇਖੋ ਅੱਜ ਵੀ ਦੇਖ ਰਹੇ ਹਾਂ ਪਾਤਸ਼ਾਹ ਜੀ ਦੇ ਉਹ ਜੰਗ ਦੇ ਵਿੱਚ ਪਹਾੜੀਏ ਪਿੱਛੇ ਖੜੇ ਹੈ। ਵਜੀਦੇ ਵਰਗਿਆਂ ਨੇ ਦੇਖਿਆ ਵੀ 2 ਦਿਨ ਅਸੀਂ ਜੰਗ ਕੀਤੀ ਹੈ ਤੇ 2 ਦਿਨਾਂ ਦੇ ਵਿੱਚ ਇਹ ਪਹਾੜੀਏ ਅੱਗੇ ਨਹੀਂ ਵਧੇ, ਸਾਡੀਆਂ ਹਜ਼ਾਰਾਂ ਦੀ ਗਿਣਤੀ 'ਚ ਫੌਜਾਂ ਮਰ ਗਈਆਂ। ਹੁਣ ਵਜੀਦਾ ਲੜਦਾ ਹੈ, ਕਹਿੰਦਾ ਤੁਸੀਂ ਅੱਗੇ ਕਿਉਂ ਨਹੀਂ ਹੁੰਦੇ, ਤੁਸੀਂ ਅੱਗੇ ਚਲੋ। ਹੁਣ ਇਸ ਪ੍ਰਕਾਰ ਲਿਓ ਘੇਰੇ, ਕਹਿਣ ਲੱਗਿਆ ਇਹਨਾਂ ਨੂੰ ਵਾਪਸ ਕਿਲੇ 'ਚ ਨਾ ਵੜਨ ਦਿਓ। ਹੁਣ ਇਹ ਜਦੋਂ ਕਿਲੇ 'ਚ ਆ ਜਾਣ ਨਾ ਕੱਲ੍ਹ ਨੂੰ, ਇਹ ਰਾਤ ਨੂੰ ਸਲਾਹਾਂ ਕਰਦੇ ਆ। ਜਦੋਂ ਇਹ ਕੱਲ੍ਹ ਨੂੰ ਕਿਲੇ 'ਚੋਂ ਬਾਹਰ ਆ ਜਾਣ ਮੁੜ ਕੇ ਇਹਨਾਂ ਨੂੰ ਕਿਲੇ 'ਚ ਨਹੀਂ ਜਾਣ ਦੇਣਾ। ਔਰ ਕਿਲੇ ਨੂੰ ਐਸਾ ਘੇਰਾ ਪਾਓ ਕਿ ਕਿਲੇ ਦੇ ਵਿੱਚ ਇਹਨਾਂ ਦਾ ਖਾਣ ਪੀਣ ਦਾ ਸਮਾਨ ਵੀ ਮੁੱਕ ਜਾਵੇ, ਬਾਹਰੋਂ ਕੋਈ ਰਾਸ਼ਨ ਪਾਣੀ ਵੀ ਅੰਦਰ ਨਹੀਂ ਜਾਣ ਦੇਣਾ। ਇਹਨਾਂ ਦੇ ਕੋਲੇ ਬਹੁਤਾ ਕੁਝ ਹੈ ਨਹੀਂ ਅੰਦਰ ਖਾਣ ਨੂੰ, ਥੋੜਾ ਹੀ ਘਿਓ ਤੇ ਆਦਿ ਸਮਾਨ ਹੋਵੇਗਾ। ਜਦੋਂ ਇਹਨਾਂ ਦੇ ਕੋਲੇ ਗੋਲੀਆਂ, ਖਾਣ ਪੀਣ ਦਾ ਸਮਾਨ, ਰਾਸ਼ਨ ਆਦਿ ਨਾ ਬਚਿਆ ਫੇਰ ਬਾਹਰ ਆਉਣਗੇ। ਦੇਖੋ ਪਹਾੜੀਏ ਸਵਾਰਥੀ ਕੀ ਕਹਿੰਦੇ, ਪਿੰਡਾਂ ਦੇ ਵਿੱਚ ਕਹਿ ਦਿਓ ਆਪਣੇ ਘਰਾਂ ਵਾਲਿਆਂ ਨੂੰ, ਪਹਾੜੀਆਂ ਨੂੰ, ਬਈ ਜੇ ਸਿੰਘ ਪਿੰਡਾਂ 'ਚ ਆਉਣ ਕੁਝ ਰਾਸ਼ਨ ਲੈਣ, ਇਹਨਾਂ ਨੂੰ ਮੁੱਲ ਤੇ ਵੀ ਨਹੀਂ ਦੇਣਾ ਕੋਈ ਸਤਨਾਮ ਸੀ। ਇਹਨਾਂ ਨੂੰ ਖਾਣ ਪੀਣ ਦਾ ਸਮਾਨ ਨਹੀਂ ਦੇਣਾ ਪਿੰਡਾਂ 'ਚੋਂ। ਦਿਨ ਅਲਪਨ ਮੈਂ ਹੋਏ ਵਿਚਾਰ, ਬਹੁ ਮਿਲੇ ਗੁਰੂ ਤਬ ਆਪੇ। ਥੋੜੇ ਦਿਨਾਂ ਦੇ ਵਿੱਚ ਇਹ ਦੁਖੀ ਹੋ ਜਾਣਗੇ ਨਾ, ਦੁਖੀ ਕਰੋ ਇਹਨਾਂ ਨੂੰ, ਕਿਲੇ 'ਚੋਂ ਬਾਹਰ ਨਾ ਨਿਕਲਣ ਦਿਓ, ਜੇ ਨਿਕਲ ਜਾਣ ਤੇ ਫਿਰ ਵੜਨ ਨਾ ਦਿਓ ਕੋਈ ਸਤਨਾਮ। ਇਸ ਤਰ੍ਹਾਂ ਕਹਿੰਦੇ ਜਦੋਂ ਇਹ ਲਾਚਾਰ ਹੋ ਗਏ, ਜਦੋਂ ਇਹਨਾਂ ਕੋਲੇ ਖਾਣ ਨੂੰ ਖੁਰਾਕ ਭੋਜਨ ਮੁੱਕ ਗਿਆ, ਇਹਨਾਂ ਕੋਲੇ ਗੋਲੀ ਛਿੱਕਾ ਬਰੂਦ ਖਤਮ ਹੋ ਗਿਆ, ਫਿਰ ਇਹ ਲਾਚਾਰ ਹੋ ਕੇ ਆਪੇ ਬਾਹਰ ਨਿਕਲਣਗੇ। ਬਸ ਫਿਰ ਰਾਜਾ ਸਾਹਿਬ ਵਜੀਦੇ ਨੂੰ ਕਹਿੰਦਾ ਹੈ, ਭੀਮ ਚੰਦ ਕਹਿੰਦਾ ਫਿਰ ਜਿਵੇਂ ਮਰਜ਼ੀ ਤੁਸੀਂ ਕਰ ਲਿਓ ਇਹਨਾਂ ਦੇ ਨਾਲ। ਦੇਖੋ ਨਾਲੇ ਉਹਨਾਂ ਨੂੰ ਚੱਕਦੇ ਆ ਵਜੀਦੇ ਵਰਗਿਆਂ ਨੂੰ, ਤੁਸੀਂ ਮੁਲਕਾਂ ਦੇ ਮਾਲਕ, ਤੁਸੀਂ ਸੈਂਟਰ ਸਰਕਾਰ ਦੇ ਜਰਨੈਲ, ਤੁਹਾਡੇ ਕੋਲੇ ਦੇਸ਼ ਦਾ ਰਾਜ ਹੈ, ਤੁਹਾਡੇ ਅੱਗੇ ਕੌਣ ਅੜ ਸਕਦਾ ਹੈ। ਇਹ ਲੋਕ ਨੇ ਜਿਹੜੇ ਪਹਾੜੀਏ ਇਹੋ ਜਿਹੀਆਂ ਗੱਲਾਂ ਕਰਕੇ ਲੋਕਾਂ ਨੂੰ ਚੱਕਦੇ ਆ ਤੇ ਆਪ ਦਾ ਕੰਮ ਕਢਾ ਕੇ ਫਿਰ ਤੂੰ ਕੌਣ ਤੇ ਮੈਂ ਕੌਣ ਇੱਦਾਂ ਹੀ ਕਰਦੇ ਆ। ਇਹ ਹੁਣ ਭੀਮ ਚੰਦ ਵਰਗੇ ਕਹਿੰਦੇ ਤੁਸੀਂ ਮੁਲਕ ਦੇ ਮਾਲਕ, ਸੋਢੀ ਅੱਗੇ ਕਿਹੜਾ ਅੜ ਸਕਦਾ ਹੈ। ਤੁਸੀਂ ਤਾਂ ਵੱਡੇ ਵੱਡੇ ਆਕੀ ਹੋਇਆਂ ਨੂੰ ਨਹੀਂ ਛੱਡਿਆ, ਇਹ ਗੁਰੂ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦਾ। ਮਤਲਬ ਪਹਾੜੀਏ ਗੁਰੂ ਸਾਹਿਬ ਨੂੰ ਇੱਕ ਮਨੁੱਖ ਸਮਝਦੇ ਆ ਵੀ ਸ਼ਾਇਦ ਇਹ ਰਾਜਿਆਂ ਦੀ ਤਰ੍ਹਾਂ ਰਹਿਣਾ ਚਾਹੁੰਦਾ, ਇਹ ਇੱਕ ਮਨੁੱਖ ਹੈ। ਤੇ ਵਜੀਦੇ ਵਰਗਿਆਂ ਨੂੰ ਦਿੰਦੇ ਆ ਹਵਾ, ਭਾਵ ਉਹਨਾਂ ਨੂੰ ਚੁੱਕਦੇ ਹੈ ਬਈ ਤੁਹਾਡੇ ਸਾਹਮਣੇ ਤਾਂ ਵੱਡੇ ਵੱਡੇ ਆਕੀ ਰਾਜੇ ਨਹੀਂ ਅੜ ਸਕੇ, ਇਹ ਕਿੰਨਾ ਚਿਰ ਅੜੂਗਾ।
ਮਨੋ ਰਿਦੇ ਮਹਿਲ ਬਿਸਮਾਏ। ਬਸ ਫਿਰ ਹੰਕਾਰ ਦੀ ਹਵਾ ਦੇਤੀ, ਦੋਨੇ ਵਜੀਦੇ ਵਰਗੇ ਫਿਰ ਖੁਸ਼ ਹੋ ਗਏ। ਪੁਰਖ ਪ੍ਰਤਾਪਵੰਤ ਮਨ ਜਾਣਿਓ ਚਲੀ ਸਮਤ ਨ ਕਾਏ। ਔਰ ਇਹਨਾਂ ਨੇ ਮਨ ਵਿੱਚ ਵੱਡੇ ਪ੍ਰਤਾਪ ਵਾਲਾ ਪੁਰਖ ਜਾਣਿਆ ਸੀ, ਪਰ ਵਜੀਦੇ ਵਰਗਿਆਂ ਦੇ ਦਿਮਾਗ 'ਚੋਂ ਪਹਾੜੀਆਂ ਨੇ ਉਹ ਗੱਲ ਵੀ ਕੱਢ ਦਿੱਤੀ ਹੈ। ਸੁਪਤ ਜਥਾ ਸੁਖ ਤੋ ਤਰਾਸ ਕਰ ਗੁਰ ਕੇ ਵੀਰ ਨ ਆਵੈ। ਔਰ ਰਾਤ ਨੂੰ ਪਹਿਲਾਂ ਵਾਂਗ ਸੌਂ ਗਏ, ਪਰ ਦਿਲ ਵਿੱਚ ਡਰਦੇ ਹਨ ਵੀ ਕਿਤੇ ਸਿੰਘ ਹੈ ਜਿਹੜੇ ਰਾਤ ਨੂੰ ਹਮਲਾ ਨਾ ਕਰ ਦੇਣ। ਲਾਖੋ ਲਸ਼ਕਰ ਜਾਗਤ ਆਦੇ ਪਰ ਆਦੇ ਸੁਪਤਾਵੈ। ਇਉਂ ਅੱਧੀ ਫੌਜ ਨੂੰ ਹੁਕਮ ਦਿੱਤਾ ਕਿ ਜਾਗਦੇ ਰਹਿਓ, ਪਹਿਰਾ ਰੱਖਿਓ, ਕਿਤੇ ਸੁੱਤੇ ਪਿਆਂ ਤੇ ਹਮਲਾ ਨਾ ਕਰ ਦੇਣ। ਇਤ ਸਤ ਗੁਰ ਕਰ ਖਾਨ ਪਾਨ ਕੋ ਸਭ ਕੀ ਸੁਰਤ ਸੰਭਾਰੀ। ਇਧਰ ਗੁਰੂ ਕੀਆਂ ਫੌਜਾਂ ਨੇ ਸ਼ਾਮਾਂ ਦਾ ਲੰਗਰ ਛਕਿਆ ਹੈ ਤੇ ਜਿਨ੍ਹਾਂ ਦੇ ਜ਼ਖਮ ਹੋਏ ਹੈ ਉਹਨਾਂ ਦੇ ਮਲਮ ਪੱਟੀ ਕੀਤੀ ਹੈ। ਸਾਲ ਪੱਤਰ ਦੇ ਕਾਇਦ ਸਭ ਕੋ ਛਦ ਕੀ ਪੀਰ ਨਿਵਾਰੀ। ਸਾਲ ਪੱਤਰ ਦੀ ਮਲਮ ਸਭ ਦੇ ਜ਼ਖਮਾਂ ਤੇ ਲਾ ਕੇ ਉਹਨਾਂ ਦੀ ਪੀੜ ਦੂਰ ਕੀਤੀ ਆ। ਜੋ ਮਰ ਕੇ ਕਰੇ ਸੰਸਕਾਰ ਨਾ ਮਨ ਬਾਚਤ ਕੋ ਦੇ ਕੈ। ਔਰ ਜਿਹੜੇ ਕੁਝ ਸਿੰਘ ਸ਼ਹੀਦ ਹੋਏ ਉਹਨਾਂ ਦੇ ਸਰੀਰਾਂ ਦੀ ਸੰਸਕਾਰ ਕੀਤਾ ਹੈ। ਪਹੁੰਚੇ ਸ਼੍ਰੀ ਸਤਿਗੁਰ ਕੇ ਲੋਕ ਹੈ ਜਨਮ ਮਰਨ ਦੁਖ ਖੈਵੈ। ਇਸ ਤਰ੍ਹਾਂ ਜੰਮਣ ਮਰਨ ਦਾ ਦੁੱਖ ਖਤਮ ਕਰਕੇ ਉਹ ਗੁਰੂ ਕੇ ਦੇਸ਼ ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਪਹੁੰਚੇ। ਸੁਪਤ ਜਥਾ ਸੁਖ ਰਾਤ ਬਿਤਾਈ ਉੱਠ ਕਰ ਅੰਮ੍ਰਿਤ ਵੇਲੇ। ਇਸ ਤਰ੍ਹਾਂ ਗੁਰੂ ਪਿਆਰਿਓ ਆਰਾਮ ਕੀਤਾ ਰਾਤ ਨੂੰ ਫੌਜਾਂ ਨੇ। ਅੰਮ੍ਰਿਤ ਵੇਲੇ ਸਾਰੇ ਉੱਠੇ। ਗੁਰਬਾਣੀ ਕੋ ਪਠੇ ਖਾਲਸਾ ਨਾਮ ਵਾਹਿਗੁਰੂ ਲੈ ਲੈ। ਔਰ ਸਾਰਿਆਂ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤੇ ਔਰ ਨਿਤਨੇਮ ਕੀਤੇ, ਬਾਣੀ ਪੜ੍ਹੀ ਜਾਂ ਸਿਮਰਨ ਕੀਤਾ। ਆਸਾ ਵਾਰ ਬਾਬੀ ਗਾਵੇ ਸੁਨੇ ਏਕ ਮਨ ਹੋਏ। ਨਿਤਨੇਮ ਦੇ ਵਿੱਚ ਵਿਗੜ ਨਹੀਂ ਪਿਆ, ਨਿਤਨੇਮ ਹੋਇਆ। ਆਸਾ ਕੀ ਵਾਰ ਕਾ ਕੀਰਤਨ ਹੋਇਆ। ਸੋਚ ਇਸ਼ਨਾਨ ਠਾਟ ਕਰ ਸਗਰੇ ਰਿਸ਼ਤੇ ਤੁਰਕਣ ਜੋਏ। ਔਰ ਸ਼ੌਚ ਇਸ਼ਨਾਨ ਕਰਕੇ ਨਿਤਨੇਮ ਤੋਂ ਵਿਹਲੇ ਹੋ ਕੇ ਫਿਰ ਦੁਸ਼ਮਣਾਂ ਬਾਰੇ ਤੁਰਕਾਂ ਬਾਰੇ ਵਿਚਾਰਦੇ ਆ ਬੈਠ ਕੇ। ਹੁਕਮ ਗੁਰੂ ਕੀ ਨੋ ਸਭਨ ਕੋ ਨਿਜ ਮੁਰਚੇ ਸਬਦਾਨਾ। ਔਰ ਗੁਰੂ ਨੇ ਸਿੰਘਾਂ ਨੂੰ ਹੁਕਮ ਦਿੱਤਾ ਕਿ ਆਪਣੇ ਮੋਰਚਿਆਂ ਵਿੱਚ ਰਹਿਣਾ। ਅੱਜ ਆਪਾਂ ਪਰਸੋਂ ਮੋਰਚਿਆਂ 'ਚ ਲੜਾਈ ਕੀਤੀ, ਕੱਲ ਮੈਦਾਨ ਵਿੱਚ ਜਾ ਕੇ ਵੀ ਵਿਖਾਤਾ ਵੀ ਜੇ ਤੁਸੀਂ ਸੋਚਦੇ ਹੋ ਨਾ ਵੀ ਸ਼ਾਇਦ ਖੁੱਲ੍ਹੇ ਮੈਦਾਨ 'ਚ ਆ ਜਾਣ ਤੇ ਅਸੀਂ ਮਾਰ ਲਈਏ, ਉਹ ਵੀ ਦਿਖਾ ਦਿੱਤਾ। ਅੱਜ ਪਾਤਸ਼ਾਹ ਕਹਿੰਦੇ ਆਪਾਂ ਮੋਰਚਿਆਂ ਵਿੱਚ ਸਾਵਧਾਨ ਹੋ ਕੇ ਰਹਿਣਾ ਹੈ। ਅਗਰ ਜਾਈ ਨੈ ਅਯੁੱਧ ਖਾਵੋ ਥਿਰੇ ਰਹੋ ਨਿਜ ਥਾਨਾ। ਅੱਜ ਤੁਸੀਂ ਮੋਰਚਿਆਂ 'ਚੋਂ ਬਾਹਰ ਨਹੀਂ ਨਿਕਲਣਾ ਔਰ ਦੁਸ਼ਮਣ ਨੂੰ ਆਨੰਦਪੁਰ ਦੇ ਵੱਲ ਵਧਣ ਨਹੀਂ ਦੇਣਾ। ਮਾਨ ਹੁਕਮ ਕੋ ਥਿਰਿਓ ਖਾਲਸਾ ਜਵਾਲਾ ਬਬਣੀ ਛੂਰੈ। ਗੁਰੂ ਕੀਆਂ ਫੌਜਾਂ ਗੁਰੂ ਕਾ ਹੁਕਮ ਮੰਨ ਕੇ ਅੱਜ ਬਣਾਏ ਹੋਏ ਮੋਰਚਿਆਂ ਵਿੱਚ ਬੈਠ ਗਈਆਂ। ਤੁਰਕ ਪਹਾੜੀ ਉੱਠੀ ਪ੍ਰਾਤ ਪਿਖ ਜਗਤ ਝੂਠ ਮੁਖ ਜੋਰੈ। ਔਰ ਤੁਰਕ ਪਹਾੜੀਏ ਉੱਠੇ, ਇਹ ਜਗਤ ਝੂਠ ਨਾਲ ਮੂੰਹ ਲਾਉਂਦੇ ਆ, ਭਾਵ ਹੁੱਕੇ ਪੀਂਦੇ ਆ। ਇਹਨਾਂ ਦਾ ਇਹੀ ਕੁਝ ਹੈ, ਇਹਨਾਂ ਦਾ ਇਹੀ ਨੇਮ ਹੈ। ਇਹ ਉੱਠੇ ਪਹਾੜੀਏ ਤੁਰਕ ਔਰ ਇਹਨਾਂ ਨੇ ਉੱਠ ਕੇ ਹੁੱਕੇ ਪੀਤੇ ਹੈ, ਜਗਤ ਝੂਠ ਤਮਾਖੂ। ਮਿਰਤਕ ਸੰਬੰਧੀ ਹੁੰਦੇ ਜੋ ਨੇਰੇ ਦਾਹ ਕਰੇ ਦਫਨਾਏ। ਜਿਹੜੇ ਇਹਨਾਂ ਦੇ ਮਰੇ ਸੀ, ਜਿੰਨੇ ਕਿ ਇਹਨਾਂ ਤੋਂ ਲੋਟ ਲੱਗੇ, ਉਹਨਾਂ ਨੂੰ ਸੰਸਕਾਰ ਕਰ ਦਿੱਤਾ ਜਾਂ ਨੱਪ ਦਿੱਤੇ। ਰਹੇ ਸ਼ੀਖ ਘੁਮਾਏ ਗੀਤ ਗਨ ਸਭ ਕੇ ਆਨਕ ਖਾਏ। ਪਰ ਸਾਰੇ ਸੰਭਾਲਣੇ ਔਖੇ ਹੋ ਗਏ, ਘੋੜੇ ਵੀ ਮਰੇ ਪਏ ਆ। ਇਸ ਕਰਕੇ ਕਿਹਨੂੰ ਨੱਪਦੇ, ਕਿਹਨੂੰ ਸੰਸਕਾਰ ਦੇ। ਇਸ ਕਰਕੇ ਇਹਨਾਂ ਦੇ ਕੁਝ ਬਚੇ ਹੋਏ ਜਿਹੜੀਆਂ ਲੋਥਾਂ ਹਨ ਉਹਨਾਂ ਨੂੰ ਜਾਨਵਰ ਖਿੱਚੀ ਫਿਰਦੇ ਹੈ, ਉਹਨਾਂ ਦਾ ਮਾਸ ਖਾ ਰਹੇ ਹੈ। ਕਾਕ ਕੰਕ ਚ ਵੰਡਾ ਚੀਕਤ ਹੈ ਨਰਮਾਸ ਆਹਾਰਾ। ਔਰ ਆਕਾਸ਼ਾਂ ਦੇ ਵਿੱਚ ਕਾਂ, ਇੱਲਾਂ, ਗਿੱਦੜ ਚੀਕਾਂ ਮਾਰ ਕੇ ਆਪਣੇ ਸਾਥੀਆਂ ਨੂੰ ਸਾਧਿਆ, ਆ ਜਾਓ ਇੱਧਰ ਲੰਗਰ ਲੱਗਿਆ ਵਾ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਭਾਵ ਤੁਸੀਂ ਦੇਖੋਗੇ ਜਦੋਂ ਕਿਤੇ ਇਹ ਥੱਲੇ ਮਾਸ ਹੋਵੇ ਨਾ ਤੇ ਆਕਾਸ਼ਾਂ ਵਿੱਚ ਘੁੰਮਦੇ ਹੋਏ ਕਾਂ ਤੇ ਗਿਰਜਾਂ ਚੀਕਾਂ ਮਾਰਦੇ ਆ ਉੱਚੀ ਗੁਰੂ ਪਿਆਰਿਓ। ਉਹਨਾਂ ਦੀਆਂ ਆਵਾਜ਼ਾਂ ਸੁਣ ਕੇ ਹੋਰ ਵੀ ਕਾਂ ਇਕੱਠੇ ਹੋ ਜਾਂਦੇ ਆ, ਹੋਰ ਵੀ ਗਿਰਜਾਂ ਆ ਜਾਂਦੀਆਂ। ਗਿੱਦੜਾਂ ਦਾ ਸੁਭਾਅ ਹੈ ਰੱਜ ਪੁੱਜ ਕੇ ਚੀਕਾਂ ਮਾਰਦੇ ਆ, ਇਹਨਾਂ ਦੀਆਂ ਚੀਕਾਂ ਸੁਣ ਕੇ ਗਿੱਦੜ ਆ ਜਾਂਦੇ ਨੇ। ਇਸ ਤਰ੍ਹਾਂ ਗੁਰੂ ਪਿਆਰਿਓ ਜੰਗ ਦੇ ਮੈਦਾਨ ਵਿੱਚ ਇਹ ਮਾਸ ਖਾਣ ਵਾਲੇ ਜਾਨਵਰਾਂ ਦਾ
ਰੌਲਾ ਪੈ ਰਿਹਾ ਹੈ। ਪ੍ਰਿੰਤ ਪਰਮਾਵੈ ਉੱਡ ਆਕਾਸ਼ ਮੈਂ ਕੀਤਕ ਭੂਮ ਬਚਾਰਾ। ਔਰ ਮਾਨੋ ਉੱਚੀ ਉੱਚੀ ਬੋਲ ਕੇ ਦੱਸਦੇ ਹੈ ਨਰ ਮਾਸ ਆਹਾਰਾ, ਇੱਥੇ ਬਹੁਤ ਲੰਗਰ ਹੈ, ਬਹੁਤ ਭੋਜਨ ਹੈ ਸਾਡੇ ਖਾਣ ਵਾਸਤੇ, ਘੋੜਿਆਂ ਦਾ ਮਾਸ ਤੇ ਬੰਦਿਆਂ ਦਾ ਮਾਸ, ਔਰ ਕੁਝ ਜਿਹੜੀਆਂ ਗਿਰਜਾਂ ਹੱਥਾਂ ਵਿੱਚ ਮਾਸ ਦੇ ਟੁਕੜੇ ਚੱਕ ਕੇ ਮੂੰਹ ਵਿੱਚ ਪੈਰਾਂ ਵਿੱਚ ਆਕਾਸ਼ਾਂ ਵਿੱਚ ਉੜਦੀਆਂ। ਜਿਤਕ ਆਨੰਦਪੁਰ ਕੇ ਮਗ ਪਹੁੰਚਣਾ ਸਬਰੋਂ ਕੀ ਚੌਰੇ। ਹੁਣ ਇਹਨਾਂ ਦੁਸ਼ਮਣਾਂ ਨੇ, ਤੁਰਕਾਂ ਨੇ, ਪਹਾੜੀਆਂ ਨੇ ਰਲ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਰਸਤੇ ਬੰਦ ਕੀਤੇ ਹਨ। ਤੇਰੇ ਕਰੇ ਅਨੇਕ ਜੂਤ ਪਤ ਕੇਰੋ ਪੈ ਕਰ ਪੂਰੇ। ਔਰ ਇਹਨਾਂ ਨੇ ਚਾਰ ਛਪੇਰੇ ਥਾਂ ਥਾਂ ਤੇ ਤੰਬੂ ਕੱਢ ਲਏ ਔਰ ਬਾਹਰੋਂ ਆਉਣ ਵਾਲੇ ਰਸਤੇ ਜਿਹੜੇ ਉਹ ਬੰਦ ਕਰਤੇ। ਨਿਕਟ ਨਾ ਢੋਕੇ ਡਰਦੇ ਕਾਲਨਾ ਦੂਰ ਦੂਰ ਕਰ ਫੇਰੇ। ਉਹ ਡਰਦੇ ਹੋਏ ਅੱਗੇ ਨਹੀਂ ਵੱਧਦੇ। ਇਹਨਾਂ ਨੇ ਹੱਥ ਵੇਖ ਲਏ ਆ ਸਿੰਘਾਂ ਦੇ, ਹੁਣ ਇਹ ਅੱਗੇ ਨਹੀਂ ਆਉਂਦੇ, ਦੂਰ ਹੀ ਘੇਰਾ ਪਾ ਕੇ ਬੈਠੇ ਆ। ਬਚੀ ਹੋਈ ਫੌਜ ਬਚਾਉਣੀ ਚਾਹੁੰਦੇ ਆ ਬਈ ਹੋਰ ਨਾ ਮਰ ਜਾਣ। ਹੁਣ ਇਹਨਾਂ ਨੇ ਬਿਉਂਤ ਬਣਾਈ ਆ ਬਈ ਹੌਲੀ ਹੌਲੀ ਇਹਨਾਂ ਦਾ ਗੋਰੀ ਸ਼ੱਕਾ ਬਰੂਦ ਖਤਮ ਹੋ ਜਾਊਗਾ, ਇਹਨਾਂ ਕੋਲੇ ਰਾਸ਼ਨ ਮੁੱਕ ਜੂਗਾ, ਬਾਹਰੋਂ ਹੋਰ ਰਾਸ਼ਨ ਅੰਦਰ ਜਾਣ ਨਹੀਂ ਦੇਣਾ ਤੇ ਔਖੇ ਹੋਏ ਆਪੇ ਬਾਹਰ ਆਉਣਗੇ। ਜਥਾ ਸ਼ੇਰ ਤੇ ਡਰ ਕਰ ਰੁਕਤੇ ਗਨ ਗਜਰਾਜ ਵਡੇਰੇ। ਜਿਵੇਂ ਸ਼ੇਰ ਤੋਂ ਡਰਦੇ ਹੋਏ ਮਿਰਗ ਤਾਂ ਕੀ ਵੱਡੇ ਵੱਡੇ ਹਾਥੀ ਵੀ ਪਿੱਛੇ ਰੁਕ ਜਾਂਦੇ ਐ, ਇਦਾਂ ਹੀ ਵਜੀਦੇ ਦੀਆਂ ਫੌਜਾਂ, ਪਹਾੜੀਆਂ ਦੀਆਂ ਫੌਜਾਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਬਹਿ ਗਈਆਂ, ਬਾਹਰੋਂ ਰਾਸ਼ਨ ਨਹੀਂ ਜਾਣ ਦੇਣਾ। ਦਿਵਸ ਡਰਿਓ ਤਬ ਸਤਿਗੁਰ ਮਾਦਕ ਦੋਨੋਂ ਡਿਗਮਗ ਬਾਏ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿਨ ਚੜ੍ਹਿਆ, ਫੌਜਾਂ ਨੂੰ ਆਪਣੇ ਕੋਲ ਬੁਲਾਇਆ ਹੈ ਔਰ ਫੌਜਾਂ ਵਾਸਤੇ ਦਵਾਈ ਮੰਗਾਈ ਹੈ। ਸੇਵਕ ਲੈ ਚਾਮੀ ਕਰ ਸੰਪਟ ਸਰ ਅਫੀਮੇ ਲਿਆਏ। ਔਰ ਇਸ ਤਰ੍ਹਾਂ ਗੁਰੂ ਪਿਆਰਿਓ ਜਿਨ੍ਹਾਂ ਦੇ ਜ਼ਖਮ ਹੋਏ ਹੈ ਉਹਨਾਂ ਫੌਜਾਂ ਨੂੰ ਸਤਿਗੁਰਾਂ ਨੇ ਮੱਲ੍ਹਮ ਪੱਟੀ ਦਵਾਈ ਆਦਿ ਕਰਨੀ ਕੀਤੀ ਹੈ। ਲਗ ਈਲਾ ਕਨਗਿਰੀ ਬਦਾਮ ਹੈ ਬਿਜਿਆ ਜੁਤ ਸਰਦਾਈ। ਔਰ ਗੁਰੂ ਘਰ ਦੇ ਵਿੱਚ ਉਦੋਂ ਚਾਹ ਨਹੀਂ ਸੀ ਚੱਲਦੀ, ਉਦੋਂ ਸ਼ਰਦਾਈ ਬਣਦੀ ਸੀ। ਅੱਜ ਵੀ ਨਿਹੰਗ ਸਿੰਘ ਜਿਹੜੇ ਹਨ, ਜਿਹਨੂੰ ਕਹਿੰਦੀ ਹੈ ਰਗੜਾ ਲਾਈਏ, ਉਹਦੇ ਵਿੱਚ ਥੋੜ੍ਹਾ ਸੁੱਖਾ ਵੀ ਪਾਉਂਦੇ ਆ, ਜੋਸ਼ ਦਿੰਦਾ। ਜੰਗ ਦੇ ਮੈਦਾਨ ਵਿੱਚ ਵੜ ਜਾਂਦੇ ਆ, ਫਿਰ ਅੱਖਾਂ ਮੀਚ ਕੇ ਜੰਗ ਕਰਦੇ ਆ, ਫਿਰ ਪਤਾ ਨਹੀਂ ਤਲਵਾਰ ਨਾਲ ਕਿੰਨੇ ਵੱਢੇ ਜਾਂਦੇ ਆ। ਤਾਂ ਅੰਮ੍ਰਿਤ ਵੇਲੇ ਸਾਰੇ ਸ਼ਰਦਾਈ ਪੀਂਦੇ ਆ, ਅਤੇ ਸ਼ਰਦਾਈ ਕੋਈ ਨਸ਼ਾ ਨਹੀਂ ਹੁੰਦਾ ਗਾ, ਇਹਦੇ ਵਿੱਚ ਤਾਕਤ ਵਾਲੀਆਂ ਚੀਜ਼ਾਂ, ਉਹਦੇ ਵਿੱਚ ਗੁਰੂ ਪਿਆਰਿਓ ਬਦਾਮਾਂ ਦੀਆਂ ਗਿਰੀਆਂ, ਖਸਖਸ ਆਦਿ, ਹੋਰ ਕਾਲੀਆਂ ਮਿਰਚਾਂ, ਇਹ ਜਿਹੜੀ ਹੈ ਬਣਾ ਕਰਕੇ ਰਗੜਾ ਬਣਾ ਕੇ ਇਹ ਸ਼ਰਦਾਈ ਬਣਾ ਕੇ ਸਾਰਿਆਂ ਨੇ ਛਕਣੀ ਕੀਤੀ ਹੈ। ਭਰਿਓ ਕਟੋਰਾ ਦਿਓ ਗੁਰੂ ਕਰ ਪਾਨ ਕੀਨ ਸੁਮਦਾਈ। ਗੁਰੂ ਸਾਹਿਬ ਨੂੰ ਵੀ ਸ਼ਰਦਾਈ ਛਕਾਈ ਹੈ, ਫੌਜਾਂ ਨੇ ਵੀ ਛਕੀ ਹੈ। ਵਾਵਾ ਪੁਨ ਅਫੀਮ ਕੋ ਖਾਇਓ ਬਿਨ ਬਿਜਿਆ ਲਗ ਪਾਨਾ। ਇਸ ਤਰ੍ਹਾਂ ਗੁਰੂ ਪਿਆਰਿਓ ਜਦੋਂ ਇਹਨਾਂ ਨੇ ਸ਼ਰਦਾਈ ਆਦਿ ਇਹ ਛਕਣੇ ਕੀਤੇ ਹੈ। ਛੜ ਤੋ ਰੰਗ ਪਰ ਗਮ ਨੇ ਸੋਚੈ ਫਿਰ ਆਏ ਤਿਸ ਖਾਨਾ। ਔਰ ਸਿੰਘ ਜਿਹੜੇ ਹਨ ਤਿਆਰ ਹੋ ਗਏ ਹਨ ਜੰਗ ਦੇ ਮੈਦਾਨ ਬਾਰੇ ਦੁਬਾਰਾ ਘੁੰਮਣ ਲੱਗੇ। ਖਾਨ ਉਤੰਗ ਅਨੰਦਪੁਰ ਜੇਠਾ ਹੈ ਪੂਰਬ ਦਿਸ ਜੋਈ। ਹੁਣ ਕਿੱਥੇ ਖੜ ਗਈਆਂ ਫੌਜਾਂ? ਕੁਝ ਤਾਂ ਮੋਰਚਿਆਂ ਵਿੱਚ ਖੜ ਗਈਆਂ, ਮੋਰਚੇ ਕਿਲੇ ਦੇ ਉੱਤੇ ਵੀ ਬਣਾਏ ਹੋਏ ਆ, ਤੇ ਮੋਰਚੇ ਕਿਲੇ ਤੋਂ ਬਾਹਰ ਵੀ ਪੱਟੇ ਹੋਏ ਸੀ ਸਿੰਘਾਂ ਨੇ, ਜਿਨ੍ਹਾਂ ਦੇ ਵਿੱਚ ਬੈਠਦੇ ਆ ਫੌਜੀ ਗੁਰੂ ਕੀਆਂ ਫੌਜਾਂ। ਜੇ ਉਹਨਾਂ ਮੋਰਚਿਆਂ ਤੋਂ ਅੱਗੇ ਦੁਸ਼ਮਣ ਲੰਘਦਾ ਤੇ ਉਹਨੂੰ ਉੱਥੇ ਹੀ ਚਿੱਤ ਕਰ ਦਿੰਦੇ ਆ। ਇਸ ਕਰਕੇ ਕੁਝ ਫੌਜਾਂ ਅਨੰਦਪੁਰ ਸਾਹਿਬ ਦੇ ਕਿਲੇ ਦੇ ਉੱਚੇ ਥਾਂ ਤੇ ਚਾਰ ਛਪੇਰੇ ਮੋਰਚਿਆਂ ਵਿੱਚ ਬੈਠ ਗਈਆਂ। ਇਸੀ ਦਿਸ਼ ਮੈਂ ਕੋਸ ਅਡਾਈ ਸੂਬੇ ਉਤਰੇ ਦੋਈ। ਔਰ ਕਿਲਾ ਆਨੰਦਗੜ੍ਹ ਸਾਹਿਬ, ਅਨੰਦਪੁਰ ਸਾਹਿਬ ਸ਼ਹਿਰ ਦਾ ਨਾਮ ਹੈ, ਆਨੰਦਗੜ੍ਹ ਕਿਲਾ ਸਾਹਿਬ ਦਾ ਨਾਮ ਹੈ, ਜਿਹੜਾ ਕਿ ਤਖਤ ਸਾਹਿਬ ਦੇ ਨੇੜੇ ਪੈਂਦਾ। ਦੂਜੇ ਪਾਸੇ ਆ ਲੋਹਗੜ੍ਹ ਸਾਹਿਬ। ਇਸ ਤਰ੍ਹਾਂ ਸਤਿਗੁਰਾਂ ਨੇ ਆਨੰਦਪੁਰ ਸਾਹਿਬ ਦੀ ਰਕਸ਼ਾ ਵਾਸਤੇ ਚਾਰ ਛਪੇਰੇ 5 ਕਿਲੇ ਤਿਆਰ ਕਰਵਾਏ ਸੀ। ਖੈਰ ਇੱਥੋਂ 2.5 ਕੋ ਦੂਰ ਸਾਹਮਣੇ ਦਿਖਾਈ ਦਿੰਦਾ, ਦੂਰ ਤੱਕ ਬੈਠੀਆਂ ਫੌਜਾਂ ਦੁਸ਼ਮਣ ਦੀਆਂ ਘੇਰਾ ਕੱਤ ਕੇ। ਕੰਪੂ ਸ਼ਮਿਆਨੇ ਬਹੁਤਾਨੇ ਦੂਰ ਦੂਰ ਲਗ ਹੀਰੇ। ਔਰ ਦੂਰ ਤੱਕ ਉਹਨਾਂ ਦੇ ਲੱਗੇ ਹੋਏ ਡੇਰੇ
ਤੰਬੂ ਸ਼ਮਿਆਨੇ ਕਾਲੇ ਲਾਲ ਚਿੱਟੇ ਰੰਗ ਦੇ। ਅਨੇਕ ਵਰਣ ਕੀ ਸ਼ਿਆਮ ਲਾਲ ਗਾਨਾ ਲਾਗੇ ਸੀਤ ਬਡੇਰੇ। ਰੰਗ ਬਰੰਗੇ ਤਰ੍ਹਾਂ ਤਰ੍ਹਾਂ ਦੇ ਤੰਬੂ ਉਹਨਾਂ ਦੇ ਕਿਲੇ ਤੋਂ ਦਿਖਾਈ ਦਿੰਦੇ ਐ। ਬਾਨ ਬਾਨ ਝੰਡੇ ਬੜਗਾਡੇ ਬਹੁਤ ਵਰਣ ਕੀ ਸੋਈ। ਥਾਂ ਥਾਂ ਤੇ ਉਹਨਾਂ ਤੰਬੂਆਂ ਦੇ ਕੋਲ ਉੱਚੇ ਕਰਕੇ ਇਹਨਾਂ ਨੇ ਝੰਡੇ ਲਾਏ ਹੋਏ ਆ ਰੰਗ ਬਰੰਗੇ। ਬੈਠ ਊਚ ਥਲ ਪ੍ਰਭੂ ਮਿਲੋਕਤ ਲਸ਼ਕਰ ਸ਼ਤਰਨ ਜੋਈ। ਧੰਨ ਗੁਰੂ ਗੋਬਿੰਦ ਸਿੰਘ ਜੀ ਵੀ ਉੱਚੇ ਥਾਂ ਤੇ ਬੈਠ ਕੇ 4 ਛਪੇਰੇ ਦੂਰ ਤੱਕ ਦੁਸ਼ਮਣ ਨੂੰ ਦੇਖ ਰਹੇ ਹਨ। ਬੈਠੇ ਲਗੇ ਸੁਚੇਤਾ ਕਰਨੇ ਨਿਰਮਲ ਨੀਰ ਇਸ਼ਨਾਨੇ। ਇਉਂ ਸਤਿਗੁਰੂ ਪਾਤਸ਼ਾਹ ਜੀ ਤਿਆਰ ਪ੍ਰਤਿਆਰ ਹੋਏ ਔਰ ਇਸ਼ਨਾਨ ਵੀ ਕੀਤਾ ਹੈ। ਵਸਤਰ ਪਹਿਰ ਕਰ ਚਿਰਤਾ ਕੀਨੀ ਆਏ ਸਿੰਘ ਤਿਸ ਥਾਨੇ। ਔਰ ਦੀਵਾਨ ਵੀ ਸਜਾਇਆ ਕਿਲਾ ਸਾਹਿਬ ਦੇ ਅੰਦਰ ਹੀ ਔਰ ਸਿੰਘ ਵੀ ਆ ਕੇ ਬੈਠ ਗਏ। ਲਰਿਓ ਦੀਵਾਨ ਲਗਿਓ ਦੀਵਾਨ ਖਾਲਸੇ ਕੋਈ ਕੀਰਾ ਵਸਤਰ ਸ਼ਸਤਰ ਤਨ ਸਾਜੇ। ਔਰ ਦੀਵਾਨ ਸਜ ਗਿਆ ਗੁਰੂ ਪਿਆਰਿਓ। ਸੁਬਾਹ ਦਿਆ ਨਿਤਨੇਮ ਤੋਂ ਬਾਅਦ ਦੁਪਹਿਰਾ ਲੰਘਿਆ। ਇਹ ਦੁਪਹਿਰੇ ਦਾ ਇਸ਼ਨਾਨ ਕੀਤਾ ਪਾਤਸ਼ਾਹ ਨੇ ਦੁਬਾਰਾ। ਇਸ਼ਨਾਨ ਕਰਨ ਤੋਂ ਬਾਅਦ ਦੁਬਾਰਾ ਪਿਛਲੇ ਪਹਿਰ ਦਾ ਦੀਵਾਨ ਸਜਿਆ। ਪਿਛਲੇ ਪਹਿਰਾਂ ਦੇ ਦੀਵਾਨਾਂ ਵਿੱਚ ਸਿੰਘ ਆ ਕੇ ਫਿਰ ਬੈਠ ਗਏ। ਜਾਮ ਦਿਵਸ ਦੇ ਸੂਬੇ ਚੜ ਕੇ ਸੰਗ ਲੀਨ ਸਭ ਰਾਜੇ। ਉਧਰ ਸੂਬੇਦਾਰਾਂ ਨੇ ਭਾ ਵਜੀਦੇ ਤੇ ਜ਼ਬਰਦਸਤ ਖਾਂ ਨੇ ਪਹਾੜੀ ਰਾਜਿਆਂ ਨੂੰ ਆਪਣੇ ਨਾਲ ਲਿਆ। ਤੋਰੇ ਨਰ ਨੇ ਸੰਗ ਸੋਗਮ ਨੇ ਦ੍ਰਿਸ਼ਟ ਅਨੰਦਪੁਰ ਔਰੀ। ਔਰ ਥੋੜੀ ਜੀ ਫੌਜ ਲੈ ਕੇ ਇਹ ਹੁਣ ਜੱਜਮੈਂਟ ਕਰਦੇ ਐ ਵੀ ਇਹ ਗੁਰੂ ਕੇ ਸਿੰਘਾਂ ਨੂੰ ਕਿਵੇਂ ਹਰਾਇਆ ਜਾਵੇ। ਆਨੰਦਪੁਰ ਸਾਹਿਬ ਦੇ ਛਪੇਰੇ ਗੇੜਾ ਲਾਉਂਦੇ ਐ। ਚਲਤ ਚਲਤ ਕੁਛ ਨਿਕਟ ਪਹੁੰਚੇ ਭੀਮ ਚੰਦ ਕਰ ਜੋਰੀ। ਚਲਦੇ ਚਲਦੇ ਥੋੜਾ ਨੇੜੇ ਆ ਗਏ ਕਿਲਾ ਆਨੰਦਗੜ੍ਹ ਦੇ। ਜੀਰ ਦਸਤ ਅਰ ਖਾਂ ਵਜੀਦ ਬਿਖ ਬੋਲੇ ਰਾਜਨ ਸੰਗਾ। ਔਰ ਭੂਮ ਚੰਦ ਵੀ ਨਾਲ ਨਾਲ ਹੱਥ ਬੰਨ ਕੇ ਤੁਰਿਆ ਆਉਂਦਾ ਹੈ। ਜ਼ਬਰਦਸਤ ਖਾਂ ਤੇ ਵਜੀਦਾ ਰਾਜਿਆਂ ਨੂੰ ਕਹਿੰਦੇ ਸਾਗਰੇ ਤਿਸ਼ਟ ਲਗਾਏ ਬਲੋਕੋ ਬੋ ਨਰ ਥਾਨ ਉਤੰਗਾ। ਕਹਿੰਦੇ ਦੇਖੋ ਯਾਰ ਇਹਨਾਂ ਨੇ ਕਿਆ ਬੜਾ ਉੱਚਾ ਬਣਾਇਆ। ਪਹਿਲਾਂ ਹੀ ਸਤਿਗੁਰ ਦੀ ਬਿਉਂਤਬੰਦੀ ਐਸੀ ਆ। ਬੜੇ ਉੱਚੇ ਥਾਂ ਤੇ ਆਨੰਦਗੜ੍ਹ ਦਾ ਕਿਲਾ। ਅੱਜ ਵੀ ਜਦੋਂ ਬਾਜ਼ਾਰ 'ਚੋਂ ਆਪਾਂ ਲੰਘਦੇ ਹਾਂ, ਜਿਹੜਾ ਪਿਛਲੇ ਪਾਸੇ ਗੇਟ ਹੈ ਪੌੜੀਆਂ ਵਾਲਾ ਤੇ ਇੱਕ ਮੂਹਰਲੇ ਪਾਸੇ ਗੇਟ ਹੈ। ਜਿਹੜਾ ਮੂਹਰਲਾ ਗੇਟ ਆ ਉਹ ਤਾਂ ਸੜਕ ਦੇ ਲਗਭਗ ਬਰਾਬਰ ਜੀ ਆਉਂਦਾ, ਪਰ ਪਿਛਲਾ ਗੇਟ ਜਿਹੜਾ ਹੈ ਉਹ ਥੱਲਿਓਂ ਕੋਈ 15 20 25 ਫੁੱਟ ਉੱਚਾ ਹੈ ਤੇ ਉਹ ਨੀਵਾਂ ਥਾਂ ਹੈ ਬਾਜ਼ਾਰ ਦਾ। ਤੇ ਉਸ ਵੇਲੇ ਤਾਂ ਹੋਰ ਵੀ ਇਹ ਨੀਵਾਂ ਹੋਣਾ ਹੈ। ਇਸ ਕਰਕੇ ਪਾਸਿਆਂ ਤੇ ਘੁੰਮਦੇ ਹੋਏ ਕਹਿੰਦੇ ਐ ਬੜਾ ਉੱਚਾ ਥਾਂ ਹੈ। ਦੂਰਬੀਨ ਪੁਨ ਲਾਇ ਨਿਹਾਰੇ ਤੁਰਕਨ ਬਾਗ ਉਚਾਰਾ। ਔਰ ਇਹ ਦੂਰਬੀਨ ਦੇ ਨਾਲ ਫਿਰ ਕਿਲਾ ਆਨੰਦਗੜ੍ਹ ਦੇ ਵੱਲ ਦੇਖਦੇ ਆ। ਏਕੋ ਹੈ ਤੇਰਿਓ ਮੰਚ ਉਪਰ ਡਿਗ ਲਗ ਸਭਾ ਉਦਾਰਾ। ਔਰ ਜਿਹੜੀ ਸਤਿਗੁਰਾਂ ਦੀ ਸਭਾ ਲੱਗੀ ਆ ਉੱਚੇ ਥਾਂ ਤੇ, ਇਹ ਬਾਹਰੋਂ ਉਹਨਾਂ ਨੂੰ ਦੂਰਬੀਨ ਨਾਲ ਵੀ ਦਿਸਦੀ ਹੈ। ਕਹਿੰਦੇ ਉੱਚੇ ਪਲੰਘੇ ਤੇ ਕੌਣ ਬੈਠਾ ਹੈ? ਬਾਰੰਗ ਬਾਰ ਚਮਰ ਕੋ ਢੋਰਤ ਸੂਰਜਮੁਖੀ ਅਗਾਰੀ। ਉਹਦੇ ਉੱਪਰ ਪੱਖਾ ਚੱਲ ਰਿਹਾ, ਝੱਲਿਆ ਜਾ ਰਿਹਾ ਹੈ, ਚੌਰ ਚੱਲ ਰਿਹਾ ਹੈ। ਜੀਵਰ ਚਰੇ ਜਵਾਹਰ ਜਾਹਰ ਜਗਮਗ ਜਗਮਗ ਕਾਰੀ। ਔਰ ਉਹਦੇ ਦੀਵਾਨ ਦੇ ਉੱਪਰ ਜਗਮਗ ਜਗਮਗ ਹੋ ਰਹੀ ਹੈ, ਹੀਰੇ ਜਵਾਹਰਾਤ ਚਮਕਦੇ ਐ। ਸੀਸ ਪਾਗ ਪਰ ਜਿਗਾ ਮਨੋਹਰ ਕਲਗੀ ਚੂਲਤ ਉਤੰਗਮ। ਔਰ ਰਾਜਿਆਂ ਦੀ ਤਰ੍ਹਾਂ ਦਸਤਾਰ ਦੇ ਉੱਤੇ ਕਲਗੀ ਲਾਈ ਹੋਈ ਹੈ। ਤਨੁਕ ਧਰੇ ਦਵੈ ਤਰਕਸ਼ ਆਗੇ ਪੂਰਨ ਸੰਖ ਤੰਗਮ। ਔਰ ਸਾਹਮਣੇ 2 ਸਖਤ ਧਨੁੱਖ ਰੱਖੇ ਐ ਔਰ ਤੀਰਾਂ ਦੇ ਪੱਥੇ ਪਏ ਐ। ਖੜਗ ਗਾਤਰੇ ਤੇਰਿਓ ਪ੍ਰਕਾਸ਼ਤ ਮਹਿਤ ਮਜਾਜ ਉਚੇਰੇ। ਉੱਚੇ ਥਾਂ ਤੇ ਕੌਣ ਬੈਠਾ ਹੈ ਜਿਹਦੇ ਗਾਤਰੇ ਵੱਡੀ ਤਲਵਾਰ ਵੀ ਲੱਗਦੀ ਆ। ਸ਼ਹਿਨਸ਼ਾਹ ਮਾਨੋ ਕੋ ਬੈਠਿਓ ਬੰਦੇ ਚਰਨ ਕਨੇਰੇ। ਦੂਰੋਂ ਤਾਂ ਐਂ ਲੱਗਦਾ ਜਿਵੇਂ ਕੋਈ ਸ਼ਹਿਨਸ਼ਾਹ ਬੈਠਾ ਹੋਵੇ ਤੇ ਹੈ ਹੀ। ਭਾਵ ਉਹਨਾਂ ਨੇ ਜੱਜਮੈਂਟ ਕਰਕੇ ਦੂਰਬੀਨ ਨਾਲ ਦੇਖ ਕੇ ਕਹਿੰਦੇ ਐਂ ਬੈਠਾ ਜਿਵੇਂ ਕੋਈ ਸ਼ਹਿਨਸ਼ਾਹ ਬੈਠਾ ਹੁੰਦਾ ਹੈ। ਕਹਿੰਦੇ ਇੱਕ ਵਾਰੀ ਸਰਕਾਰ ਨੂੰ ਕਿਸੇ ਬੁੱਧੀਜੀਵੀ ਨੇ ਪ੍ਰਸ਼ਨ ਕੀਤਾ, ਬਈ ਤੁਸੀਂ ਬਾਕੀ ਸੂਬਿਆਂ ਦੇ ਲੋਕਾਂ ਨਾਲੋਂ ਕਦੇ ਹਰਿਆਣੇ 'ਤੇ ਇੰਨਾ ਖਿਆਲ ਨਹੀਂ ਕਰਦੇ, ਕਦੇ ਦੂਜੇ ਸੂਬਿਆਂ ਦੇ ਲੋਕਾਂ 'ਤੇ ਇੰਨਾ ਖਿਆਲ ਨਹੀਂ ਕਰਦੇ, ਚੱਲੀ ਜਾਂਦਾ ਕੰਮ ਜਿਵੇਂ ਚੱਲਦਾ, ਕਦੇ ਬਿਹਾਰੀਆਂ 'ਤੇ ਇੰਨਾ ਖਿਆਲ ਨਹੀਂ ਕਰਦੇ, ਕਦੇ ਤਾਮਿਲਨਾਡੂ ਵਾਲਿਆਂ 'ਤੇ ਇੰਨਾ ਖਿਆਲ ਨਹੀਂ ਕਰਦੇ। ਹੁਣ ਬੀਬੀ ਚੜ੍ਹਦੀ ਕਲਾ ਦੀ ਆਈ ਹੈ ਮਮਤਾ ਉੱਥੇ ਜਿਹੜੀ ਬਣੀ ਹੈ ਪ੍ਰਧਾਨ,
ਔਰ ਹਰਾ ਕੇ ਰੱਖਤੇ ਸਾਰੇ। ਉਹ ਬੁੱਧੀਜੀਵੀ ਪੁੱਛਦਾ ਵੀ ਤੁਸੀਂ ਪੰਜਾਬ ਵਾਲਿਆਂ 'ਤੇ ਇੰਨਾ ਖਿਆਲ ਕਿਉਂ ਕਰਦੇ ਹੋ, ਇਹਨਾਂ ਦੀ ਬਹੁਤੀ ਨਿਗਾਹ ਰੱਖਦੇ ਹੋ, ਕਾਰਨ ਕੀ ਹੈ? ਤੇ ਸਰਕਾਰੀ ਬੰਦਾ ਜਵਾਬ ਦਿੰਦਾ ਹੋਇਆ ਕਹਿੰਦਾ, ਅਸਲ ਦੇ ਵਿੱਚ ਜਦੋਂ ਇਹ ਤੜਕੇ ਤਿਆਰ ਪਰ ਤਿਆਰ ਹੋ ਕੇ ਦਸਤਾਰ ਸਜਾਉਂਦੇ ਆ ਨਾ, ਤੇ ਸ਼ੀਸ਼ੇ 'ਚ ਵੇਖ ਕੇ ਦਸਤਾਰ ਸਜਾ ਕੇ ਤੇ ਮੁੱਛਾਂ ਨੂੰ ਕੁੰਡੀਆਂ ਕਰਕੇ ਹੱਥ ਫੇਰਦੇ ਆ, ਆਪਣੇ ਆਪ ਨੂੰ ਇਹ ਰਾਜੇ ਸਮਝਦੇ ਆ। ਕੋ ਸਤਨਾਮ, ਇਹ ਆਪਣੇ ਆਪ ਨੂੰ ਰਾਜਕੁਮਾਰ ਸਮਝਦੇ ਆ, ਰਾਜੇ ਸਮਝਦੇ ਆ। ਔਰ ਇਹਨਾਂ ਦਾ ਕੋਈ ਪਤਾ ਨਹੀਂ, ਜੇ ਇਹਨਾਂ ਤੇ ਨਿਗਾਹ ਨਾ ਰੱਖੀਏ ਕਦੋਂ ਦਿੱਲੀ ਵਾਲਾ ਤਖਤ ਖੋਹ ਲੈਣਾ ਕਿ ਕੋ ਸਤਨਾਮ। ਇਹ ਤਾਂ ਕਈ ਵਾਰੀ ਖੋਇਆ ਦਿੱਲੀ ਦਾ ਤਖਤ, ਤਾਂ ਕਈ ਵਾਰੀ ਛੱਡਿਆ ਸਿੰਘਾਂ ਨੇ। ਖੈਰ ਇਹ ਲੋਕਾਂ ਦਾ ਖਿਆਲ ਹੈ, ਔਰ ਇਹ ਉਹਨਾਂ ਦਾ ਖਿਆਲ ਹੀ ਨਹੀਂ, ਗੱਲ ਵੀ ਸਹੀ ਹੈ। ਖਾਲਸੇ ਨੂੰ, ਸਿੰਘ ਨੂੰ ਪਾਤਸ਼ਾਹ ਨੇ ਬਣਾਇਆ ਹੀ ਰਾਜਾ ਹੈ। ਕੋ ਸਤਨਾਮ। ਇਹ ਦਸਤਾਰ ਹੈ ਨਾ ਜਿਹੜੀ, ਇਹ ਦਸਤਾਰ ਆਪਣਾ ਮੁਕਟ ਹੈ। ਰਾਜਿਆਂ ਕੋਲੇ ਮੁਕਟ ਹੁੰਦੇ ਹੈ, ਖਾਲਸਾ ਰੋਜ਼ ਨਵਾਂ ਮੁਕਟ ਸਜਾਉਂਦਾ ਹੈ। ਕੋ ਸਤਨਾਮ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਸ਼ਾਹੇ ਸ਼ਹਿਨਸ਼ਾਹ ਦੋ ਜਹਾਨ ਕੇ ਵਾਲੀ ਨੇ ਸਾਨੂੰ ਆਪਣਾ ਸਰੂਪ ਦਿੱਤਾ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ में हो करो निवास, खालसा मेरी जान की जान, खालसा मेरो प्राण को प्राण, खालसा मेरो मुख है अंगा, खालसे केहों सरसा संगा, जब लग खालसा रहे नियारा, तब लग तेज दियो मैं सारा, जावे गाहे विपन की रीत मैं न करो इनकी प्रतीत, फिर मेरा कुछ नहीं लगता जे अंबामणी कर्मकांडा च पै गया। तो जिन्ना चिर मेरे मुताबिक चलूगा मैं सारी शक्ति देंगा। तो इस तरह ਵਜੀਦਾ ਕਹਿੰਦਾ ਐ ਬੈਠਾ ਜਿਵੇਂ ਕੋਈ ਸ਼ਹਿਨਸ਼ਾਹ ਬੈਠਾ ਹੁੰਦਾ। ਸਿੰਘ ਸੈਕਰੇ ਸੰਗ ਅਲਬਾਲਤ ਸਭਾ ਬਸਾਲ ਲਗਾਈ, ਆਸੇ ਪਾਸੇ ਸ਼ਸਤਰਧਾਰੀ ਸਿੰਘ ਬੈਠੇ ਆ ਜਿਵੇਂ ਕਿਸੇ ਸ਼ਹਿਨਸ਼ਾਹ ਨੇ ਸਭਾ ਲਾਈ ਹੋਵੇ। ਸੰਤ ਬੰਦ ਸਭ ਸੀਲੀ ਸਾਗਨਾ, ਖੜਗ ਤੁਪਕ ਸਮਦਾਈ, ਉਹਨਾਂ ਦੇ ਹੱਥਾਂ ਦੇ ਵਿੱਚ ਬਰਸ਼ੇ, ਗਾਤਰੇ, ਤਲਵਾਰਾਂ, ਸਾਂਗ ਆਦਿ ਫੜੇ ਹਨ, ਮੋਢੀਆਂ ਵਿੱਚ ਬੰਦੂਕਾਂ ਪਾਈਆਂ। ਗੁਰ ਕੋ ਜਥੇਦਾਰ ਹੈ ਕੋਈ, ਕਿਦੋ ਪੁੱਤਰ ਤਿਨ ਕੀਰਾ। ਕੌਣ ਹੈ ਇਹ ਗੁਰੂ ਦਾ ਜਥੇਦਾਰ ਹੈ ਕੋਈ, ਜਾਂ ਇਹ ਗੁਰੂ ਦਾ ਸਪੁੱਤਰ ਹੈ? ਸ੍ਰੀ ਗੋਬਿੰਦ ਸਿੰਘ ਆਪ ਕਿਦੋ ਇਹ ਦਿਵੀ ਪ੍ਰਤਾਪ ਜੀਰਾ। ਕਿ ਗੁਰੂ ਗੋਬਿੰਦ ਸਿੰਘ ਬੈਠਾ ਹੈ ਆਪ, ਜਿਹਦਾ ਬੜਾ ਪ੍ਰਤਾਪ ਲੱਗਦਾ ਹੈ। ਉਹ ਅਚਲੀਤਰ ਚਿਨਾਰੀ ਕਰਹੋ, ਨੀਕੇ ਮੋਏ ਬਤਾਵੋ। ਆ ਫੜ ਦੂਰਬੀਨ ਭੀਮ ਚੰਦ, ਵੇਖ ਤਾਂ ਭਲਾ ਇਹ ਕੌਣ ਹੈ? ਕੌਣ ਅਹੇ ਇਤ ਸਨਮੁਖ ਬੈਠਿਓ, ਸਕਲ ਭੇਦ ਸਮਝਾਵੋ। ਵੇਖ ਕੇ ਦੱਸ ਮੈਨੂੰ ਕੌਣ ਹੈ? ਭੀਮ ਚੰਦ ਸੁਨ ਕੇ ਕਰ ਬੰਦੇ, ਭਲੇ ਪਛਾਨ ਬਖਾਨਾ। ਭੀਮ ਚੰਦ ਨੇ ਹੱਥ ਬੰਨ ਕੇ ਉਹ ਤੋਂ ਦੂਰਬੀਨ ਫੜੀ ਹੈ, ਆਪਣੀਆਂ ਅੱਖਾਂ ਤੇ ਲਾ ਕੇ ਵੇਖਦਾ ਹੈ, ਕਹਿੰਦਾ ਇਹ ਗੋਬਿੰਦ ਸਿੰਘ ਕਲੇ ਮੂਲ ਸਭ, ਕੀਨੀ ਜੰਗ ਮਹਾਨਾ। ਇਹੀ ਤਾਂ ਲੜਾਈ ਦੀ ਜੜ ਹੈ, ਇਹੀ ਤਾਂ ਗੁਰੂ ਗੋਬਿੰਦ ਸਿੰਘ ਹੈ, ਇਹੀ ਤਾਂ ਸਾਡੇ ਵੱਸ ਨਹੀਂ ਆ ਰਿਹਾ। ਜੈ ਕਹਿ ਨਰਿਓ ਵਿਜੇ ਕੋ ਪ੍ਰਾਪਤ, ਮਨੋ ਵਸਤ ਇਸ ਕੇਰੀ। ਪਤਾ ਨਹੀਂ ਇਹਦੇ ਕੋਲੇ ਕੀ ਹੈ, ਜਿੱਥੇ ਵੀ ਅਸੀਂ ਲੜਾਈ ਕੀਤੀ ਹੈ ਉੱਥੇ ਜੰਗ ਜਿੱਤ ਗਿਆ। ਬਾਬੂ ਛਤਰੀ ਕੋ ਦੀਨ ਸਨਾਹਨਾ, ਸੈਲਣ ਚਮਨ ਬੇਰੀ। ਇਹਨੇ ਕਦੇ ਬੈਰੀ ਨੂੰ ਜਿੱਤ ਨਹੀਂ ਦਿੱਤੀ, ਸਾਨੂੰ ਜਿੱਤਣ ਨਹੀਂ ਦਿੱਤਾ। ਸਾਰੀ ਪਹਾੜੀ ਸੈਨਾ ਸਾਡੀ ਇਹਨੇ ਖਪਾ ਦਿੱਤੀ ਆ। ਆਦਿ ਕੇਸਰੀ ਚੰਦ ਸੰਗਾਰੀ, ਤਨ ਵਿਦਿਆ ਮੈਂ ਭਾਰੀ। ਸਾਡਾ ਕੇਸਰੀ ਚੰਦ ਰਾਜਾ ਧਨੁੱਖ ਵਿਦਿਆ ਵਿੱਚ ਬੜਾ ਮਾਹਰ ਸੀਗਾ, ਇਹਨੇ ਉਹ ਵੀ ਮਾਰ ਦਿੱਤਾ ਹੈ। ਪੈਂਡ ਕਾਨ ਬੜ ਧੀਰ ਮਤਾ ਜੰਗ, ਇੱਕ ਸਰ ਤੇਲੇ ਮਾਰੀ। ਸਾਡਾ ਪੈਂਡੇ ਖਾਨ ਜਿਹੜਾ ਤੀਰਾਂ ਦਾ ਬੜਾ ਹੀ ਤੇਜ਼ ਸੀਗਾ, 3 ਤੀਰ ਉਹਨੇ ਚਲਾਏ, ਪਰ ਇਹਨੇ ਇੱਕੋ ਤੀਰ ਨਾਲ ਮਾਰ ਦਿੱਤਾ। ਮਰੇ ਬਲੋ ਕੋ ਲੜੇ ਵਿਚਾਰੀ, ਤੀਰਨ ਸੰਗ ਪਰੋਏ। ਉਹਦੇ ਮਰਨ ਤੋਂ ਬਾਅਦ ਜਦੋਂ ਅਸੀਂ ਦੇਖਿਆ ਤੇ ਉਹ ਸੂਰ ਵੀ ਕਿਸ ਤਰ੍ਹਾਂ ਉਹਦੇ ਕੰਨ ਦੇ ਵਿੱਚੋਂ ਤੀਰ ਟੱਪਿਆ ਹੋਇਆ ਸੀ। ਪਰਿਵਾਰ ਮੈਂ ਤੇਰੇ ਦੇਹ ਮੈਂ, ਬਿਸਮਤ ਹੈ ਮੈਂ ਜੋਏ। ਔਰ ਤੀਰ ਜਿਹੜਾ ਹੈ ਇਧਰੋਂ ਪੈ ਕੇ ਦੂਜੇ ਪਾਸੇ ਟੱਪ ਜਾਂਦਾ ਹੈ, ਰੁਕਦਾ ਨਹੀਂ। ਪਾਚੀ ਪਾਵਨਾ ਘਾਲਿਓ ਕਬ ਹੋ, ਬਲ ਕਰ ਕਰ ਪਛਾਰੇ। ਇਹ ਤਾਂ ਗੁਰੂ ਗੋਬਿੰਦ ਸਿੰਘ ਹੈ ਜਿਹੜਾ ਪਿੱਛੇ ਪੈਰ ਨਹੀਂ ਕੱਟਦਾ। ਕਈ ਵਾਰੀ ਨਿਹੰਗ ਸਿੰਘ ਚੱਲਦੇ ਆ ਨਾ, ਜੇ ਅੱਗੋਂ ਕੋਈ ਰੋਕ ਆ ਜੇ, ਅਗਲਾ ਕਹਿੰਦਾ ਰੋਕੋ ਯਾਰ ਪਿੱਛੇ ਚੱਲੋ,
ਕਹਿੰਦੇ ਫੌਜਾਂ ਪਿੱਛੇ ਨਹੀਂ ਹਟਦੀਆਂ, ਗਾਂਹ ਹੀ ਜਾਂਦੀਆਂ, ਕੋਈ ਨਾ ਕੋਈ ਜੁਗਾੜ ਕਰਕੇ ਗਾਂਹ ਹੀ ਜਾਂਦੇ ਆ, ਪਿੱਛੇ ਨਹੀਂ ਮੁੜਦੇ। ਕਹਿੰਦੀ ਇਹ ਪਿੱਛੇ ਪੈਰ ਨਹੀਂ ਕਰਦੇ। ਤਨ ਸਕੀਲ ਬਹੁ ਕਰੀ ਸੂਰਤਾ ਡਰਿਓ ਨਾ ਕਿਵਹੀ ਟਾਰੇ। ਬੜਾ ਸੂਰਬੀਰ ਹੈ, ਇਹਨੇ ਫੌਜਾਂ ਕਰਕੇ ਸਾਨੂੰ ਇਕੱਠੀਆਂ ਮਾਰ ਦਿੱਤਾ, ਇਹ ਟਲਦਾ ਨਹੀਂ। ਪ੍ਰਥਮ ਕਥਾ ਮੈਂ ਸੁਣੀ ਕ੍ਰਿਸ਼ਨ ਜੀ ਭਿਓ ਸੋ ਅਥਰਥ ਜੋਧਾ। ਮੈਂ ਸੁਣੀ ਸੀ ਕ੍ਰਿਸ਼ਨ ਦੀ ਕਥਾ, ਬੜਾ ਜੋਧੀ ਹੋਇਆ ਹੈ। ਤੋਰੇ ਕਰੇ ਸ਼ਤਰੂ ਨੇ ਗਿਨ ਤੋ ਲਹਿ ਮਾਰੇ ਕਰਾ ਕ੍ਰੋਧਾ। ਇਹ ਉਦੋਂ ਵੀ ਤੇਜ਼ ਹੈ, ਇਹ ਤਾਂ ਫੌਜਾਂ ਦੀ ਗਿਣਤੀ ਵੀ ਨਹੀਂ ਕਰਦਾ। ਕਦੇ ਜ਼ਿਮੀਂਦਾਰ ਨੇ ਕਣਕ ਦੇ ਨਾੜ ਗਿਣੇ ਆ ਵੀ ਕਿੰਨੇ ਹੈਗੇ, ਮੈਂ ਵੱਢਣੇ ਅੱਜ, ਬਿਨਾਂ ਗਿਣਿਆ ਹੀ ਵੱਢਦਾ ਜਾਂਦਾ ਹੈ। ਰਾਮਚੰਦ ਅਥਿਰਤੀ ਭੈ ਹੈ ਸੋ ਸਨ ਵੀ ਮੈਂ ਆਈ। ਮੈਂ ਰਾਮਚੰਦ ਵੀ ਸੁਣਿਆ, ਕਹਿੰਦੇ ਬੜੇ ਤੀਰ ਚਲਾਉਂਦਾ ਸੀ। ਤਿਮ ਸਮ ਪੇਖਿਓ ਬਲੋਚਨ ਤੇ ਹਨੇ ਲਰਤ ਸਮੁਦਾਏ। ਇਹ ਤਾਂ ਉਹਨਾਂ ਤੋਂ ਵੀ ਤੇਜ਼ ਹੈ, ਸਾਹਮਣੇ ਵੇਖ ਕੇ ਤੀਰ ਜਦ ਚਲਾਉਂਦਾ ਹੈ ਤੇ ਗਰੇ ਲਾ ਦਿੰਦਾ ਹੈ। ਤੁਮ ਸਮਰਾਥੋ ਜਗ ਕੇ ਮਾਲਕ ਕਹੋ ਕੇ ਮਾਰਨ ਕੀ ਜੈ। ਜੇ ਇਹ ਪਹਾੜੀਏ ਇੰਨੇ ਹੱਥ ਗੁਰੂ ਗੋਬਿੰਦ ਸਿੰਘ ਅੱਗੇ ਬੰਨ੍ਹ ਲੈਂਦੇ ਤੇ ਅੱਜ ਦੁਨੀਆ ਵਿੱਚ ਉਹਨਾਂ ਦਾ ਨਾਂ ਹੁੰਦਾ। ਕੋ ਸਤਨਾਮ। ਜਿਹੜੇ ਇਹ ਹੱਥ ਵਜੀਦੇ ਵਰਗਿਆਂ ਅੱਗੇ ਬੰਨੀ ਜਾਂਦੇ ਆ, ਜਿਹੜੇ 2 ਪੈਸਿਆਂ ਦੇ ਰਾਜੇ ਨਹੀਂ। ਕਹਿੰਦੇ ਤੁਮ ਸਮਰੱਥ ਹੋ, ਗੁਰੂ ਗੋਬਿੰਦ ਸਿੰਘ ਨੂੰ ਨਹੀਂ ਕਹਿੰਦੇ, ਉਹਨਾਂ ਨੂੰ ਕਹਿੰਦੇ ਮੁਗਲਾਂ ਨੂੰ, ਤੁਸੀਂ ਸਮਰੱਥ ਹੋ, ਜੱਗ ਦੇ ਮਾਲਕੋ, ਇਹਨੂੰ ਫੜ ਲਓ ਜਾਂ ਮਾਰ ਦਿਓ। ਫਿਰ ਰਾਜੇ ਦਲ ਪਰਜਾ ਸੇਤ ਸਭ ਹਾਰ ਪਰੀ ਰਖ ਲੀਜੈ। ਅਸੀਂ ਤਾਂ ਹਾਰ ਗਏ ਆ, ਸਾਡੇ ਤਾਂ ਹੱਥ ਖੜੇ ਆ। ਹੋਇ ਲਚਾਰ ਹਮ ਹਜ਼ਰਤ ਕੇ ਡਿਗ ਪਹੁੰਚੇ ਦੱਖਣ ਜਾਈ। ਅਸੀਂ ਤਾਂ ਅਖੀਰ ਲਾਚਾਰ ਹੋ ਕੇ, ਦੁਖੀ ਹੋ ਕੇ ਰਾਜੇ ਕੋਲ ਗਏ ਆ। ਤੁਮ ਸਮੇਤ ਲਸ਼ਕਰ ਕੋ ਆਨਿਓ ਦਵੈ ਕਰ ਚੂਕੇ ਲੜਾਈ। ਔਰ ਤੁਹਾਡੇ ਲਸ਼ਕਰ ਤਾਈਓ ਲੈ ਕੇ ਆਂਦੇ ਐ, 2 ਦਿਨ ਤਾਂ ਵੇਖੋ ਆਪਾਂ ਲੜਾਈ ਕਰ ਲਈ ਐ। ਸੁਣ ਕੇ ਬਲ ਸਤਿਗੁਰ ਕੀਰਾ ਸੂਬੇ ਕ੍ਰੋਧਤ ਦੋਈ। ਇਹੋ ਸਤਿਗੁਰ ਦੀ ਮਹਿਮਾ ਦੁਸ਼ਮਣ ਕਰਦਾ ਹੈ। ਭੀਮ ਚੰਦ ਦੁਸ਼ਮਣ ਸਤਿਗੁਰ ਦੀ ਮਹਿਮਾ ਸੁਣਾਉਂਦਾ ਵਜੀਦੇ ਨੂੰ, ਤੇ ਵਜੀਦਾ ਸੁਣ ਕੇ ਜੋਸ਼ ਚ ਆਉਂਦਾ ਹੈ। ਦੇਖ ਨਿਰਪਤ ਤੁਝ ਆਗੇ ਅਬ ਹਮ ਕਹਿ ਕੇ ਮਾਰੇ ਸੋਈ। ਥੋੜੀ ਜਿਹੀ ਸਿਫਤ ਕਰਤੀ ਨਾ ਚੱਕ ਤੇ, ਕਹਿੰਦੇ ਫਿਕਰ ਹੀ ਨਾ ਕਰ, ਹੁਣ ਸਾਨੂੰ ਸਮਝ ਆ ਗਈ, ਇਹਨੂੰ ਜਾਂ ਮਾਰ ਕੇ ਜਾਵਾਂਗੇ ਜਾਂ ਫੜ ਕੇ ਲੈ ਜਾਾਂਗੇ ਦੋਹਰਾ। ਅਬ ਲੋਕੇ ਦ੍ਰਿਗ ਕ੍ਰੋਧ ਤੇ ਜ਼ਬਰਦਸਤ ਕਹਿ ਬਾਤ। ਇਸ ਤਰ੍ਹਾਂ ਦੋਨਾਂ ਅੱਖਾਂ ਦੇ ਨਾਲ ਦੁਬਾਰੇ ਦੂਰਬੀਨ ਲਾ ਕੇ ਵੇਖਦਾ ਹੈ ਤੇ ਦੂਜੇ ਸੂਬੇਦਾਰ ਵਜੀਦ ਖਾਂ ਜ਼ਬਰਦਸਤ ਨੂੰ ਕਹਿੰਦਾ, ਸੁਨ ਵਜੀਦ ਖਾਂ ਅਬ ਇਹਾ ਬੈਠੇ ਕਰਹਿ ਘਾਤ। ਲੈ ਵੀ ਮਿੱਤਰਾ, ਹੁਣ ਆਪਾਂ ਇਉਂ ਕਰਨਾ ਹੈ। ਕਿਵੇਂ ਕਰਨਾ ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਵਿਚਾਰਾਂ ਇੱਥੇ ਰੋਕਦੇ ਹਾਂ, ਸਮਾਂ ਸਮਾਪਤੀ ਤੇ ਹੈ। ਬੋਲਦਿਆਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश। हे पूरन हे सर्वमय पंचन गुणतास। हे संगी हे निरंकार हे निर्गुण सब टेक। हे गोविंद हे गुण निधान जाके सदा विवेक। हे अपरंपर हर हरे हो बनहार। हे संत कह सदा संग आधार। हे ठाकुर ह्यों दासरो निर्गुण गुण नहीं कोई। नानक दीजै नाम दान परोए। आए प्रभ शरनागते नित दयाल। एक अखर हर मन बसत निहाल। एक अंकारा सतगुरु प्रसाद होए। वाहिगुरु जी की फतेह है। विनाशन सोए। वाहिगुरु जी की फतेह है। विनाशन सोए। वाहिगुरु जी का खालसा वाहिगुरु जी की फतेह। बहुत बहुत धन्यवाद सरवर